Manjeet Kaur. And my name's Kanam Singh. Welcome to the One Show. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਤਕਨੀਕਾ ਸਵਾਗਤ ਵਨ ਸ਼ੋ ਲਾਈਵ ਪੰਜਾਬ ਬ੍ਰੌਡਕਾਸਟ ਚੈਨਲ। ਅੱਜ ਦੇ ਸ਼ੋਅ ਤੇ ਅਸੀਂ ਬਹੁਤ ਹੀ ਇੱਕ ਸਿੱਖ ਕੌਮ ਵਾਸਤੇ, ਸਿੱਖ ਪੰਥ ਵਾਸਤੇ ਜਿਹੜਾ ਸਭ ਤੋਂ ਤੁਸੀਂ ਕਹਿ ਸਕਦੇ ਆ ਏਪੈਕਸ ਇਸ਼ੂ ਹੈਗਾ, ਉਹ ਹੈਗਾ ਵੀ ਸਾਡੀ ਫਿਊਚਰ ਦਾ। ਤੇ ਅੱਜ ਕੱਲ੍ਹ ਜੇ ਤੁਸੀਂ ਸਿੱਖਾਂ ਦੇ ਵਿੱਚ ਗੱਲਬਾਤ ਕਰੋ ਮਨਜੀਤ, ਜਾਂ ਭਾਵੇਂ ਗੁਰਦੁਆਰੇ ਲੰਗਰ ਹਾਲਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ, ਤੇ ਇਹੀ ਗੱਲ ਹੁੰਦੀ ਆ ਵੀ ਸਿੱਖ ਖੇਰੂ ਖੇਰੂ ਹੋ ਰਹੇ ਆ। ਵੀ ਜਿੱਥੇ ਇੱਕ ਸਮੇਂ ਜਥੇਬੰਦੀਆਂ ਇਕੱਠੇ ਹੋ ਕੇ ਜਿੱਦਾਂ ਮਿਸਲਾਂ ਦੇ ਟਾਈਮ ਤੇ ਦੁਸ਼ਮਣ ਨੂੰ ਪਛਾਣਦੇ ਸੀ, ਤਾਂ ਸਿੱਖ ਕੌਮ ਦੀ ਅਗਵਾਈ ਕਰਦੀਆਂ ਸੀ। ਅੱਜ ਸ਼ਾਇਦ ਸਾਡੀ ਜਿਹੜੀ ਨਿਗਾਹ ਇੱਕ ਦੂਜੇ ਤੇ ਜ਼ਿਆਦਾ ਹੁਣ ਆ ਗਈ ਆ, ਅਸੀਂ ਇੱਕ ਦੂਜੇ ਨੂੰ ਟਰਸਟ ਨਹੀਂ ਕਰਦੇ। ਵੈਸੇ ਇਹ ਜਿਹੜੀ ਫਰੈਗਮੈਂਟੇਸ਼ਨ ਜੀ, ਤੇ ਇਹ ਸਿਰਫ ਜਥੇਬੰਦਕ ਲੈਵਲ ਤੇ ਨਹੀਂ ਹੈ, ਜਥੇਬੰਦੀਆਂ ਦੇ ਵਿੱਚ ਵੀ ਹੁਣ ਕਾਫੀ ਡਿਫਰੈਂਸਿਸ ਹੈਗੀਆਂ, ਕਮੇਟੀਆਂ ਦੇ ਪਹਿਲਾਂ ਵੀ ਸੀਗਾ, ਪਰ ਹੁਣ ਸਾਡੀਆਂ ਸਿਧਾਂਤਕ ਕਾਫੀ ਡਿਫਰੈਂਸਿਸ ਹੋ ਗਈਆਂ, ਪ੍ਰਚਾਰਕ ਵੀ ਵੰਡ ਹੋ ਗਏ। ਤੇ ਇਹੀ ਲੱਗਦਾ ਆ ਵੀ ਸ਼ਾਇਦ ਸੰਗਤਾਂ ਵੀ ਇਸ ਟਾਈਮ ਤੇ ਗੁਰਦੁਆਰੇ ਜਾਣੋਂ ਵੀ ਹਟ ਗਈਆਂ ਕਈ, ਵੀ ਆਪਾਂ ਨੂੰ ਇਹ ਚੁਣੌਤੀ ਜਿਹੜੀ ਨਹੀਂ ਮੰਨਣੀ ਚਾਹੀਦੀ। ਸੋ ਅੱਜ ਅਸੀਂ ਇਹੀ ਅੱਜ ਨਿਰਣਾ ਵੀ ਕਰਨਾ, we're going to try and analyze whether it is the case that we are fragmenting, or is that just something that's just in the air. Yeah, we're more aware of this. But ਅਸੀਂ ਅੱਜ ਥੋੜਾ ਜਿਹਾ ਪਰਸਨਲ ਪੱਖ ਵੀ ਲੈਣਾ, ਪਰ ਅਸੀਂ ਕੋਸ਼ਿਸ਼ ਕਰਨੀ ਆ ਵੀ ਇੱਥੇ ਐਨਾਲਿਸਿਸ ਕਰਨ ਦੀ। ਤੇ ਮੈਂ ਤਿੰਨੇ ਜਿਹੜੇ ਸਾਡੇ ਗੈਸਟ ਆ ਉਹਨਾਂ ਨੂੰ ਬਾਅਦ ਚ ਮੈਂ ਇੰਟਰੋਡਿਊਸ ਕਰਦਾ। ਉਹਨਾਂ ਨੂੰ ਲਿਆਂਦਾ ਵੀ ਇਸੀ ਕਰਕੇ ਆ ਵੀ ਇਹ ਜਜ਼ਬਾਤੀ ਤਾਂ ਆਪਾਂ ਸਾਰੇ ਆ, ਪੰਜਾਬੀ ਹੈ ਜਜ਼ਬਾਤੀ, ਪਰ ਅੱਜ ਅਸੀਂ ਜਿੱਥੇ ਜਜ਼ਬਾਤ ਦੀ ਗੱਲ ਦੇ ਨਾਲ ਗੱਲ ਕਰਨੀ, ਅਸੀਂ ਥੋੜੇ ਜਿਹੇ ਖੋਜ ਦੇ ਨਾਲ, ਵਿਵੇਕ ਬੁੱਧੀ ਦੇ ਨਾਲ, ਸੋਸ਼ਲ ਸਾਇੰਟਿਫਿਕ ਪੱਖ ਵੀ ਲੈਣਾ। ਤੇ ਜੇ ਤੁਸੀਂ ਵੈਸੇ ਜੇ ਤੁਸੀਂ ਧਰਮਾਂ ਦੀ ਗੱਲ ਕਰਦੇ ਆ, ਰਿਲੀਜਨਸ, ਸਾਰੀਆਂ ਹੀ ਰਿਲੀਜਨਸ ਫਰੈਗਮੈਂਟਡ ਆ। ਹੁਣ ਆਪਾਂ ਇੱਥੇ ਕ੍ਰਿਸਚੀਅਨ ਚਰਚ ਦੀ ਗੱਲ ਕਰ ਲਈ ਯੂਕੇ ਦੇ ਵਿੱਚ, ਪਿਛਲੇ ਸੈਂਸਸ ਦੇ ਵਿੱਚ ਸੀ ਵੀ ਲੋਕੀ ਇੱਥੇ ਬਹੁਤ ਘੱਟ ਜਿਹੜੇ ਤੁਸੀਂ ਕਹਿ ਸਕਦੇ ਐਥਨਿਕਲੀ ਕ੍ਰਿਸਚੀਅਨ ਆ, ਜਿੱਦਾਂ ਵੀ ਇਹਨਾਂ ਦਾ ਕਲਚਰ ਜਾਂ ਗੋਰਿਆਂ ਨੂੰ ਕਈ ਕਹਿੰਦੇ ਆ, ਬਹੁਤ ਘੱਟ ਕਹਿੰਦੇ ਵੀ ਅਸੀਂ ਕ੍ਰਿਸਚੀਅਨ ਆ। ਬਹੁਤੇ ਆਪਣੇ ਆਪ ਨੂੰ ਏਥੀਇਸਟ ਕਹਿੰਦੇ ਆ, ਜਾਂ ਉਹ ਕਹਿੰਦੇ ਅਸੀਂ ਸਪਿਰਿਚੁਅਲਿਟੀ ਨੂੰ ਮੰਨਦੇ ਪਰ ਕਿਸੇ ਰਿਲੀਜਨ ਨੂੰ ਨਹੀਂ ਮੰਨਦੇ। ਤੇ ਇਸੇ ਤਰ੍ਹਾਂ ਦੂਜੇ ਧਰਮਾਂ ਦੇ ਵਿੱਚ ਵੀ ਬਹੁਤ ਫਿਰਕੇ, ਜੇ ਇਸਲਾਮ ਦੀ ਗੱਲ ਕਰੀਏ ਤਾਂ ਇਹਨਾਂ ਦੇ ਬਹੁਤ ਫਿਰਕੇ ਆ। ਹਿੰਦੂਇਜ਼ਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਹਿੰਦੂਇਜ਼ਮ ਦੇ ਵੈਸੇ ਕੋਈ ਹਿੰਦੂਇਜ਼ਮ ਧਰਮ ਹੀ ਹੈ ਨਹੀਂ, ਇਹਦੇ ਵਿੱਚ ਕਈ ਵੱਖਰੀਆਂ ਸੋਚਾਂ ਹੈਗੀਆਂ। ਕਿਹਾ ਜਾਂਦਾ ਵੀ ਇਹ ਪ੍ਰੋਸੈਸ ਹੈਗੀ, ਇਹਨੂੰ ਕਹਿੰਦੇ ਸੈਕੂਲਰਾਈਜੇਸ਼ਨ। ਜਿਵੇਂ ਮੋਡਰਨਿਟੀ ਦੇ ਵਿੱਚ, ਮਾਡਰਨ ਪੀਰੀਅਡ ਦੇ ਵਿੱਚ ਜਿਹੜਾ ਚਰਚ ਦਾ ਇਨਫਲੂਐਂਸ ਕਾਫੀ ਘਟ ਗਿਆ, ਤੇ ਤਾਂ ਇਸ ਦੇ ਨਾਲ ਜਿਹੜੀ ਬਹੁਤੀ ਪਾਵਰ ਸ਼ਿਫਟ ਹੋ ਗਈ ਸੀ ਅਵੇ ਫਰਮ ਦ ਚਰਚ, ਫਰਮ ਦ ਪ੍ਰੀਸਟਹੁੱਡ ਐਂਡ ਇਨਟੂ ਦੀ ਡੈਮੋਕ੍ਰੈਟਿਕ ਗਵਰਨਮੈਂਟਸ। ਜਾਂ ਤੁਸੀਂ ਜਿੰਨੀ ਵੈਸਟਰਨ ਕੰਟਰੀਆਂ ਦੇ ਵਿੱਚ ਦੇਖੋਗੇ, ਸਿੰਬੋਲਿਕਲੀ ਚਰਚ ਅਜੇ ਹੈਗਾ ਅਟੈਚ, ਪਰ ਇਹਨਾਂ ਦੀ ਪਾਵਰ ਬਹੁਤ ਘੱਟ ਆ। ਤੇ ਕਈ ਵਾਰੀ ਇਹ ਕਿਹਾ ਜਾਂਦਾ ਵੀ ਜਿਹੜੀ ਹੈਗੀ ਆ ਨਾਨ ਵੈਸਟਰਨ ਸੁਸਾਇਟੀ, ਜਿੱਦਾਂ ਡਿਵੈਲਪਿੰਗ ਕੰਟਰੀਜ਼, ਭਾਰਤ ਨੂੰ ਲੈ ਸਕਦੇ ਆ, ਵੀ ਉੱਥੇ ਵੀ ਵੈਸੇ ਭਾਰਤ ਦਾ ਕਨਸਟੀਟਿਊਸ਼ਨ ਇੱਕ ਸੈਕੂਲਰ ਕਨਸਟੀਟਿਊਸ਼ਨ ਆ, ਪਰ ਉੱਥੇ ਧਰਮਾਂ ਨੂੰ ਵੀ ਉੱਥੇ ਉਹਨਾਂ ਨੇ ਅਧਿਕਾਰ ਕਾਫੀ ਦਿੱਤੇ ਆ। ਪਰ ਇੰਝ ਲੱਗਦਾ ਵੀ ਸ਼ਾਇਦ ਲੋਕਾਂ ਦੀਆਂ ਜਿਹੜੀਆਂ ਐਟੀਟਿਊਡਸ ਆ, ਇਫ ਦ ਸਟੇਟ ਇਜ਼ ਗੋਇੰਗ ਟੂਵਰਡਸ ਫੁੱਲ ਸੈਕੂਲਰਾਈਜੇਸ਼ਨ, ਜਿਹੜੇ ਲੋਕ ਆ, ਖਾਸ ਕਰਕੇ ਜਿਹੜੀ ਨਿਊ ਜਨਰੇਸ਼ਨ ਆ, ਉਹਨਾਂ ਦਾ ਮਾਈਂਡ ਸੈਟ ਫਿਰ ਸੈਕੂਲਰਾਈਜ਼ ਹੋ ਗਿਆ। ਤੇ ਹੋ ਸਕਦਾ ਜਿੱਦਾਂ ਇਹਨੂੰ ਤੁਸੀਂ ਕਹਿ ਵੈਸਟਰਨਾਈਜੇਸ਼ਨ ਕਹਿ ਦੋ ਜਾਂ ਮੋਡਰਨਿਟੀ ਕਹਿ ਦੋ। ਤੇ ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ। ਇਹਦੇ ਨਾਲ ਹੋਰ ਵੀ ਬਹੁਤ ਇਨਫਲੂਐਂਸ ਹੈਗੇ। ਅੱਜ ਕੱਲ੍ਹ ਜਿਹੜਾ ਇੰਟਰਨੈਟ ਆ, ਕਹਿੰਦੇ ਨੇ ਇੰਟਰਨੈਟ ਇਜ਼ ਟਰਨਿੰਗ ਐਵਰੀਥਿੰਗ ਅਪਸਾਈਡ ਡਾਊਨ, ਸੋਸ਼ਲ ਮੀਡੀਆ, ਬਿਕੋਜ਼ ਟ੍ਰੈਡੀਸ਼ਨਲ ਜਿਹੜੀ ਫਾਰਮਸ ਆਫ ਰਿਲੀਜਨ ਆ, ਟ੍ਰੈਡੀਸ਼ਨਲ ਬਿਲੀਫ ਸਿਸਟਮਸ, ਉਹ ਇਨਫੋਰਸ ਕੀਤੇ ਜਾਂਦੇ ਸੀਗੇ ਥਰੂ ਲਾਈਕ ਹਾਇਰਾਰਕੀ, ਜਿੱਦਾਂ ਪ੍ਰੀਸਟਲੀ ਕਲਾਸ ਸੀ ਜਾਂ ਪੋਲੀਟੀਸ਼ੀਅਨਸ ਵੀ ਸੀਗੇ, ਪਰ ਅਨਈਵਨ ਫੈਮਿਲੀ ਸਟਰਕਚਰਸ ਹਨ। ਪਰ ਹੁਣ ਜਿਹੜਾ ਸੋਸ਼ਲ ਮੀਡੀਆ ਆ, ਇਟਸ ਰੀਅਲੀ disrupting these traditional ways in which people were groomed, if you like, or nurtured into a particular belief system. ਹੁਣ ਤੁਸੀਂ ਘਰ ਦੇ ਵਿੱਚ ਦੇਖੋਗੇ ਤਾਂ ਸ਼ਾਇਦ 4 ਜੇ ਭਰਾ ਹੋਣ ਜਾਂ ਸਿਬਲਿੰਗਸ ਹੋਣ, ਉਹਨਾਂ ਦੇ ਆਪਣੇ ਵੱਖਰੇ ਖਿਆਲ ਆ। ਇੱਕ ਸਮੇਂ ਨਹੀਂ ਸੀਗਾ, ਇੱਕ ਸਮੇਂ ਸੀ
ਤਕਰੀਬਨ ਜਿੱਦਾਂ ਮਾਂ-ਬਾਪ ਦੇ ਵਿਚਾਰ ਸੀ ਉਹ ਦੇ were passing it down. So generation issue ਵੀ so technology, secularization and individualism ਵੀ ਤੁਸੀਂ ਕਹਿ ਸਕਦੇ ਆ। ਹੋਰ ਵੀ ਬਹੁਤ ਕੁਛ ਆ ਐਂਡ ਆਫ ਕੋਰਸ ਸਾਡੀਆਂ ਆਪਣੀਆਂ ਵੀ ਦੂਰ ਦੀਆਂ ਇੰਟਰਨਲ ਸਾਡੇ ਜਿਹੜੇ ਪ੍ਰੋਬਲਮਸ ਉਹ ਵੀ ਹੈਗੀਆਂ। ਇਹ ਸਾਰੇ ਆਪਾਂ ਇਸ਼ੂਜ਼ ਨੂੰ ਵਿਚਾਰੂਗੇ ਵੀ ਗੋਇੰ ਟੂ ਟ੍ਰਾਈ ਟੂ ਸਿਸਟਮੈਟਿਕਲੀ। ਤੇ ਸਾਡਾ ਪ੍ਰੋਗਰਾਮ ਅੱਜ ਐਕਸਟੈਂਡਡ ਆ, ਆਪਾਂ 9:30 ਵਜੇ ਤੱਕ ਜਾਓਗੇ ਤਾਂ ਇਨ ਅਬਾਊਟ 40 ਮਿੰਟਾਂ 'ਚ ਤੁਹਾਡੇ ਕਾਲਸ ਵੀ ਦਊਂਗੇ, ਪਰ ਉਸ ਤੋਂ ਪਹਿਲਾਂ ਅਸੀਂ ਇਹ ਇਸ਼ੂ ਨੂੰ ਥੋੜ੍ਹਾ ਜਿਹਾ ਖੋਲ੍ਹਣਾ ਆ। So I think we'll introduce our guests and then we'll get on with the show, yeah? So ਸਭ ਤੋਂ ਪਹਿਲਾਂ ਮੈਂ ਇੱਥੇ ਸਟੂਡੀਓ ਦੇ ਵਿੱਚ on my immediate right ਭਾਈ ਕੁਲਦੀਪ ਸਿੰਘ ਦਿਓਲ who is president of the ਗੁਰੂ ਨਾਨਕ ਗੁਰਦੁਆਰਾ ਸਮੈਦਿਕ। ਕੁਲਦੀਪ ਤੁਹਾਡਾ ਧੰਨਵਾਦ, ਤੁਸੀਂ ਫਿਰ ਇੱਕ ਵਾਰੀ ਜੁੜੇ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਉਹਨਾਂ ਦੇ ਨਾਲ ਹੀ ਮੇਰੇ ਵੱਡੇ ਭਰਾ, ਮੈਂ ਕਹਿ ਸਕਦਾ ਮੈਨੂੰ ਪਤਾ ਮੇਰੇ ਤਾਂ 2 ਸਾਲ ਵੱਡੇ ਆ, ਭਾਈ ਅਮਰੀਕ ਸਿੰਘ ਟੈਸੀ who is a Sikh activist, long-standing Sikh activist, broadcaster and also a leader actually in social work and social care. So ਅਮਰੀਕ ਜੀ ਤੁਹਾਨੂੰ ਵੀ ਅਸੀਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਆਨਲਾਈਨ ਸਾਡੇ ਨਾਲ ਭਾਈ ਜਗਜੀਤ ਸਿੰਘ ਇਨ ਵੇਕਫੀਲਡ। ਭਾਈ ਜਗਜੀਤ ਸਿੰਘ is a businessman, health and social care professional, and also a Sikh educationalist. And actually, Bhai Jagjit Singh does a lot of lecturing around the world. He's just come back from North America. So, Jagjit, ਤੁਹਾਨੂੰ ਵੀ ਅਸੀਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Yeah. Thank you. So, ਕੁਲਦੀਪ ਆਪਾਂ ਤੁਹਾਡੇ ਤੋਂ ਸ਼ੁਰੂ ਕਰ ਦਿੰਦੇ ਹਾਂ। ਆਪਾਂ ਇੱਕ ਓਪਨ ਜਿਹਾ ਪਹਿਲਾ ਕੁਐਸਚਨ ਹੈਗਾ। ਹਾਂਜੀ ਚਲੋ ਆਪਾਂ ਉਹਨਾਂ ਤੇ ਲਾਉਂਗੇ। ਓਪਨ ਕੁਐਸਚਨ ਹੈਗਾ ਵੀ ਕੀ ਸਿੱਖਾਂ ਦੇ ਵਿੱਚ ਫਰੈਗਮੈਂਟੇਸ਼ਨ ਹੋ ਰਹੀ ਆ, ਜਾਂ ਇਹ ਇੱਕ ਸਾਨੂੰ ਇੱਕ ਇੰਪ੍ਰੈਸ਼ਨ ਆ? ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? Is there enough evidence that we are now breaking to pieces? ਸੋ ਪਹਿਲਾਂ ਤਾਂ ਅਸੀਂ ਤੁਹਾਡੀ ਟੀਮ ਦਾ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਜਿਹੜੇ ਹਮੇਸ਼ਾ ਵਾਂਗ ਆਪਾਂ ਸ਼ੋਅ 'ਤੇ ਆ ਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ। ਅਤੇ ਜੇ ਆਪਾਂ ਆਪਣਾ ਇਤਿਹਾਸ ਦੇਖੀਏ, ਕਹਿੰਦੇ ਮਿਸਲਾਂ ਦੇ ਟਾਈਮ ਵੀ ਨਹੀਂ ਸੀ ਹਮੇਸ਼ਾ ਵਿਊਜ਼ ਰਲਦੇ ਹੁੰਦੇ ਮਿਸਲਾਂ ਦੇ, ਬਟ ਕਹਿੰਦੇ ਆ ਕਿ ਜਦੋਂ ਉਹਨਾਂ ਦਾ ਨਿਸ਼ਾਨਾ ਬਣ ਜਾਂਦਾ ਸੀਗਾ ਵੀ ਸਾਡੀ ਟਾਰਗੇਟ ਇਹ ਆ, ਉਹ ਆਪਸ ਵਿੱਚ ਇਕੱਠੇ ਹੋ ਕੇ ਫੇਰ ਵੀ ਰਲ ਮਿਲ ਕੇ ਉਹ ਪ੍ਰਾਪਤੀਆਂ ਕਰ ਲੈਂਦੇ ਸੀਗੇ। ਅਤੇ ਆਪਣੇ ਜੋ ਕੁਛ ਹੋਇਆ ਆਜ਼ਾਦੀ ਤੋਂ ਬਾਅਦ, ਜੇ ਆਪਾਂ ਦੇਖੀਏ ਕਿ ਸਰਕਾਰਾਂ ਨੇ ਵੀ ਆਪਾਂ ਨੂੰ ਆਪਸ ਵਿੱਚ ਲੜਾ ਕੇ ਉਹਨਾਂ ਨੇ ਆਪਦੀਆਂ ਪ੍ਰਾਪਤੀਆਂ ਲੈ ਲਈਆਂ, ਯਾਨੀ 80s ਵੀ ਜੇ ਆਪਾਂ ਦੇਖੀਏ, ਉਦੋਂ ਬਾਅਦ ਵੀ ਦੇਖੀਏ। ਪਰ ਜੇ ਆਪਾਂ ਰੀਸੈਂਟ ਟਾਈਮਸ 'ਚ ਹੁਣ ਦੇਖੀਏ, ਜਿਵੇਂ ਕਿਸਾਨੀ ਮੋਰਚਾ, ਉਹ ਸਾਰਿਆਂ ਲਈ ਸ਼ੌਕ ਸੀ ਆਪਣੇ ਲਈ, ਵੀ ਜਿੱਦਾਂ ਉਹ ਪੈਨੈਟ ਹੋਇਆ, ਇੱਕ ਕਿਸਮ ਦਾ ਜਿਹੜੀਆਂ ਗੌਰਮੈਂਟਾਂ ਸੀ ਉਹਨਾਂ ਨੇ ਆਪਾਂ ਨੂੰ ਇੱਕ ਰਾਹ ਦਿਖਾਤੀ ਵੀ ਦੇਖੋ ਤੁਸੀਂ ਇੱਦਾਂ ਚੱਲ ਸਕਦੇ ਹੋ। ਉਸ ਨਾਟ ਜਸਟ ਪੰਜਾਬੀ, ਸਿੱਖ ਅਤੇ ਜਿੱਦਾਂ ਹੋਰ ਸਟੇਟਾਂ ਵੀ, ਹਰਿਆਣਾ ਵੀ, ਈਵਨ ਰਾਜਸਥਾਨ ਤੋਂ ਵੀ, ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆ ਕੇ ਉਹਨਾਂ ਨੇ ਜਿਹੜੀ ਉਹ ਸਿੱਖ ਫਿਲਾਸਫੀ ਸੀਗੀ, ਜਿਹੜੀ ਗੁਰੂ ਸਾਹਿਬਾਂ ਨੇ ਆਪਾਂ ਨੂੰ ਸਿਖਾਇਆ ਸੀਗਾ ਵੀ ਇਹ ਇੱਦਾਂ ਆਪਾਂ ਨੂੰ ਸਾਡੀ ਰਹਿਣੀ ਬਹਿਣੀ ਇੱਦਾਂ ਹੋਣੀ ਚਾਹੀਦੀ ਹੈ। ਹੋਰਾਂ ਦਾ ਜਿਹੜੇ ਹਿਊਮੈਨਿਟੇਰੀਅਨ ਵਰਕ ਆਪਣਾ ਸਾਰਾ ਕੁਛ ਬਈ ਆਪਾਂ ਕਿੰਨੀਆਂ ਕਹਿ ਸਕਦੇ ਹਾਂ ਵੀ ਪ੍ਰਾਪਤੀਆਂ ਕੀਤੀਆਂ, ਇਨ ਦੈਟ ਆਪਾਂ ਉਹ ਭਾਈਚਾਰਾ ਦੁਬਾਰਾ ਕਾਇਮ ਕੀਤਾ ਆਪਸ ਵਿੱਚ ਵੀ, ਹੋਰਾਂ ਨਾਲ ਵੀ। ਹਾਲਾਂਕਿ ਜਿਹੜੀਆਂ ਉਦੋਂ ਕਿਸਾਨੀ ਜਥੇਬੰਦੀਆਂ ਸੀਗੀਆਂ ਉਹ ਕਈ ਵਾਰੀ ਐਂਟੀ ਸਿੱਖ ਵੀ ਸ਼ੋਅ ਕਰ ਜਾਂਦੀਆਂ ਸੀ, ਜਿੱਦਾਂ ਦਾ ਉਹਨਾਂ ਦਾ ਹਾਲਾਤ ਸੀਗੇ ਵੀ ਨਿਸ਼ਾਨ ਸਾਹਿਬ ਨੂੰ ਪਿੱਛੇ ਲੈ ਜਾਓ, ਲੰਗਰਾਂ ਨੂੰ ਲੈ ਜਾਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਕਈ ਵਾਰੀ ਕਹਿ ਦਿੰਦੇ ਸੀ ਸਾਨੂੰ ਸਿੱਖਾਂ ਦੀ ਇੱਥੇ ਲੋੜ ਨਹੀਂ ਗੀ, ਵੀ ਇੱਥੇ ਤਾਂ ਸਿਰਫ ਕਿਸਾਨੀ ਦੇ ਇਸ਼ੂ ਹੋਣੇ ਚਾਹੀਦੇ ਆ। ਪਰ ਫਿਰ ਵੀ ਉੱਥੇ ਸਿੱਖੀ ਫੋਰਫਰੰਟ 'ਤੇ ਜਾ ਕੇ ਜੇ ਦੇਖੀਏ ਆਪਾਂ ਲੰਗਰਾਂ ਦਾ ਵੀ, ਹੋਰ ਵੀ ਜਦੋਂ ਸਿੱਖ ਅਤੇ ਪੰਜਾਬੀ ਜਦੋਂ ਮੂਵ ਆਊਟ ਹੋਏ ਉੱਥੋਂ, ਕਿੰਨਾ ਲੋਕ ਉੱਥੇ ਅਪਸੈਟ ਸੀਗੇ ਵੀ ਇਹ ਚੱਲਿਆ, ਵੀ ਇਹਨਾਂ ਦੇ ਕਰਕੇ ਇਹ ਦਿੱਲੀ ਸ਼ਹਿਰ ਜਿਹੜਾ ਮੰਨਿਆ ਜਾਂਦਾ ਵੀ ਬਹੁਤ ਅਨਸੇਫ ਆ ਬੀਬੀਆਂ ਲਈ ਸਪੈਸ਼ਲੀ, ਵੀ ਉਸ ਟਾਈਮ 'ਤੇ ਉਹ ਕਿੰਨਾ ਸੇਫ ਹੋ ਗਏ ਸੀ। ਸੋ ਮੈਂ ਉੱਥੇ ਹੀ ਹਾਂਜੀ ਆ ਰਿਹਾ ਕਿ ਇਹ ਜਦੋਂ ਆਪਾਂ ਇਕੱਠੇ ਹੁੰਦੇ ਹਾਂ, ਆਪਣੀਆਂ ਪ੍ਰਾਪਤੀਆਂ ਹੁੰਦੀਆਂ, ਅਸੀਂ ਉਹ ਸਮਝ ਨਹੀਂ ਪਾਉਂਦੇ ਚੀਜ਼ਾਂ। ਆਪਾਂ ਛੋਟੇ ਛੋਟੇ ਮਸਲੇ ਵੀ ਦੇਖੀਏ, ਜਿਵੇਂ ਆਪਾਂ ਗੁਰਦੁਆਰਾ ਸਾਹਿਬਾਂ 'ਚ ਵੀ ਦੇਖੀਏ ਜਾਂ ਆਪਾਂ ਸੰਸਥਾਵਾਂ 'ਚ ਵੀ ਦੇਖੀਏ, ਅਸੀਂ ਨਹੀਂ ਇਕੱਠੇ ਚੱਲਦੇ ਕਈ ਵਾਰੀ, ਅਤੇ ਉਹਦੇ ਨਾਲ ਆਪਣਾ ਖਲਾਰਾ ਪੈਂਦਾ। ਅਤੇ ਕਈ ਵਾਰੀ ਇਹ ਲੱਗਦਾ ਜਿਹੜੇ ਸਾਡੇ ਦੁਸ਼ਮਣ ਆ ਜਾਂ ਈਵਨ ਸਰਕਾਰਾਂ ਵਾ, ਆਪਾਂ ਵੀ ਠੋਕਾ ਨਿਊ ਵਰਲਡ ਆਰਡਰ ਹੋਰ ਜੋ ਵੀ ਆ, ਉਹਨਾਂ ਨੂੰ ਕਈ ਵਾਰੀ ਐਂ ਲੱਗਦਾ ਉਹਨਾਂ ਨੂੰ ਤਾਂ ਕੁਛ ਕਰਨ ਦੀ ਲੋੜ ਹੀ ਨਹੀਂ, ਅਸੀਂ ਆਪ ਹੀ ਪਹਿਲਾਂ ਹੀ ਢਾਹ ਲੈਂਦੇ। ਸੋ ਹਾਂਜੀ ਬਿਲਕੁਲ ਕਿੰਨਾ ਸੀਰੀਅਸ ਡੀਪ ਇਸ਼ੂ ਹੈਗੀ ਆ, ਇਟਸ ਮਲਟੀ ਲੇਅਰਡ ਆ।
It's very complex. Is it an issue? Is there actually an issue? Are we fragmenting? I think the issue is it's very easy to say we're fragmenting, yeah, but also I think we need to understand really that the way we are governed here and abroad and elsewhere, and the issues about fragmentation have always been there. ਇਹ ਕੋਈ ਨਵੀਂ ਗੱਲ ਨਹੀਂ ਹੈਗੀ. It's just that it's a traditional ਜਿਹੜੀ ਗੱਲ ਹੈਗੀ ਆ ਹੁਣ ਜਿਹੜੀ ਗੱਲ ਹੈਗੀ ਆ especially ਜਿਹੜੇ ਹੁਣ ਆਪਾਂ generational ਜਿਹੜੇ gap ਹੋ ਰਹੇ ਆ I'm taking it slightly different stance ਜਿਹੜੀ ਹੈਗੀ ਇਹ ਸਿਰਫ ਜਥੇਬੰਦੀਆਂ ਦੀ ਨਹੀਂ ਗੱਲ ਹੈਗੀ ਜਾਂ ਸੰਸਥਾ ਦੀ ਗੱਲ it's ਫੈਮਲੀਆਂ ਦੀ ਗੱਲ ਆ family breakdown ਦੀ ਗੱਲ ਆ morals ਜਿਹੜੇ ਹੈਗੇ ਬਹੁਤ change ਹੋ ਗਏ ਆ ਹਨਾ ਜਦੋਂ ਹੁਣ ਫਰਜ਼ ਕਿਤੇ simple things like ਜਦੋਂ ਆਪਾਂ ਗੁਰੂ ਘਰ ਵੀ ਜਾਂਦੇ ਆ ਕਈ ਬੱਚੇ ਹੈਗੇ they don't even dress appropriately yeah ਜਿਹੜੇ ਆਪਣੇ ਦਸਤਾਰ ਇੰਡੀਵਿਜੂਅਲਿਜ਼ਮ ਲਾ ਲਓ ਜਾਂ ਜਿੱਦਾਂ ਤੁਸੀਂ ਕਹਿੰਦੇ ਆ ਸੋਸ਼ਲ ਮੀਡੀਆ ਦਾ ਇਨਫਲੂਐਂਸ ਲਾ ਲਓ ਜਾਂ ਕਈ ਬਟ it's a continual process. I think the best way I can describe it ਵੀ ਜਦੋਂ ਸਾਡੇ ਗੁਰੂਆਂ ਦੇ ਵੇਲੇ ਵੀ ਹਨਾ ਅਸੀਂ we were never ਵੀ ਅਸੀਂ ਜਾਣੀ ਵੀ ਅਸੀਂ mass population ਵਿੱਚ ਅਸੀਂ ਜਿਹੜੀ ਹੈ ਕਿ ਸਿੱਖੀ ਅਸੀਂ it's not quantity, it's quality. Yeah, and I think the issue is that if we recognize ਜਿਹੜੇ problems ਹੈਗੇ ਆ ਕੌਮ ਦੇ ਵਿੱਚ yeah then they're potentially addressable and I think it you know when we talk about ਜਿੱਦਾਂ ਹੁਣ ਮੈਂ ਤਾਂ ਥੋੜੀ ਜਿਹੀ ਗੱਲ ਲੈ ਕੇ into the family yeah ਕਰਕੇ ਜੇ family ਜਿਹੜੀ ਆਪਣੀ family units ਆ ਨਾ ਜੇ ਉਹ ਹੈਗੇ ਆ if they're successful if they're cohesive then ਜਿਹੜੀ ਹੈਗੀ ਆਪਣੀ community will also be cohesive. Let me take that one, Jagjit, because you mentioned the family. Jagjit, the question at the moment is, are we fragmenting as a community at every level, panth level, at the community level, institutional level, or is this just something that's always happened and it's just a fact of life? And what's your thought about this? Yeah. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. So it's human nature that we always divide into groups because ਲੋਕ ਆਪਣੇ comfort zone ਲੱਭਦੇ ਹੁੰਦੇ ਆ and so people just want to be with their people that they're comfortable with ਹਨਾ but ultimately there's a responsibility according to ਜਿੱਦਾਂ ਦਸਮੇਸ਼ ਪਿਤਾ ਜੀ ਬਾਣੀ ਆ ਕਿ ਪੰਥ ਵਸੇ ਮੈਂ ਉਜਰਾਂ so we have responsibilities hamesha to the panth through Guru Granth and Guru Panth. And if we look at it people we can give historical examples of the missiles etc but ultimately apni every Gursikh the aap the individual responsibility ya ke asi panth nu kathe rakhna. And if we look at it from a Jathibandak level, from a Parcharak level, from sometimes Gurdwara level and community levels and political level, we are doing ourselves many we're not doing well, and we have 2 or 3 seat councils. We haven't got proper representation in terms of next year for elections, not just in UK but in Canada, America and very other places, and on many levels as a Sikh Panth we are not organized enough for that. And we basically, in terms of our prachar, too many of our pracharaks are using their jeeb as a hathiyar and intentionally causing division because ਉਹਨਾਂ ਦੇ competition ਹੋਇਆ ਆ ਕਿ ਕੌਣ ਆਪਣੇ ਆਪ ਨੂੰ ਸਹੀ ਦਿਖਾ ਲੇ ਜਾਂ authentic ਦਿਖਾ ਲੇ ਜਾਂ ਜਿਹੜੇ ਵੀ ਉਹ ਰੇਸ ਦੇ ਵਿੱਚ ਲੱਗੇ ਆ and as a result ਜਿਹੜੀ ਆਉਣ ਵਾਲੀ ਪਨੀਰੀ ਆ the new generation we are doing a huge disservice to them and ultimately we are causing more confusion and because our pracharaks and our Gurdwaras and our Jathibandiyan are more interested in showing that they're separate, unique, than rather than talking about the 95% that we have in common. Yeah. And this has even been my personal example growing up, experience growing up in UK, that I feel that over time, as I've got older and wiser, I feel that some jere sade buzurgs they really helped us towards Nama Bias and building our Jivan. And there's other people, if we look at the length in time, sometimes I think they did a disservice to our community. But it's not just to blame the elder generation. Even in our generation and in the younger generation, we put too much emphasis on indifference
and not enough on panth, and we should develop a panth first concept. And we've been talking about this even from the times of Bhai Jagraj Singh. I remember we had numerous conversations about how to have a panth first concept for the new generation. ਜੇ ਆਪਾਂ ਪੁਰਾਣੇ ਆਪਣੇ ਬਜ਼ੁਰਗਾਂ ਦੇਖੀ ਗਏ, ਇਤਿਹਾਸਿਕ ਤੌਰ ਤੇ ਦੇਖੀ ਗਏ, there was always times in our panth ਜਦੋਂ ਕਲੇਸ਼ ਹੁੰਦਾ ਸੀ. There was a time between the Bandai Khalsa and the Tat Khalsa. There was a time during the missiles. ਪਰ ਆਪਾਂ ਨੂੰ ਹੁਣ ਬੰਦਈ ਖਾਲਸਾ ਤੇ ਤਤ ਖਾਲਸਾ ਦੇ ਇਸ਼ੂਜ਼ ਨਹੀਂ ਪਤਾ, ਬਿਕਾਜ਼ ਪੰਥ ਨੇ ਰੀਸੈਟ ਕੀਤਾ ਸੀਗਾ. ਆਪਾਂ ਨੂੰ ਮਿਸਲਾਂ ਦੇ ਇੰਨੇ ਮਸਲਿਆਂ ਦਾ ਨਹੀਂ ਪਤਾ, ਬਿਕਾਜ਼ ਪੰਥ ਨੇ ਰੀਸੈਟ ਕੀਤਾ ਆ. ਹੁਣ ਜਿਹੜੀਆਂ ਆਪਣੇ ਜੋ 4 5 6 ਜਥੇਬੰਦੀਆਂ ਆ ਜੋ ਇਹਨਾਂ ਦੇ ਇਸ਼ੂਜ਼ ਆ, as a community, I personally feel that needs to be a reset in the panth, and we as a panth need to come together. Okay, we will come to the Jathebandis afterwards, but I just want to elaborate the point about the panth, and I'll bring Kuldeep back in here. Panth hai ki? Ek sawal, you might think this is a glib kind of question. Panth hai ki? Is it the samu? Is it the body of all people identify as Sikhs? Or is it those small cliques at the top, Jathedars? Who is the Panth? And is there a difference between the Nirmal Panth, Maria Sikha Jagat vich Nanak Nirmal Panth chla jo Bhai Gurdas ji kare jo Guru Nanak and the Khalsa Panth? Are these the same or are these different? I mean, how do we make sense of the Panth? Because I think we may be confused. ਮੇਰੀ ਵਿਊ ਤਾਂ ਇਹ ਆ ਭਾਈ ਸਾਹਿਬ ਕਿ ਪੰਥ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਆਪਾਂ ਸਾਰੇ ਹੀ ਪੰਥ ਦਾ ਹਿੱਸਾ. ਸੋ ਜਿਹੜੇ ਗੁਰੂ ਸਾਹਿਬ ਦੀ ਟੀਚਿੰਗਸ ਨੂੰ ਫੋਲੋ ਕਰਦੇ ਆ, ਆਪਣੇ ਆਪ ਨੂੰ ਸਿੱਖ ਕਹਾਉਂਦੇ ਆ, ਦੇ ਔਨ ਦ ਪਾਥ might not necessarily be Amritari at this point, but they're on the path. They believe in Guru Sahib's teachings, and they're on that path to try to make themselves better in terms of their faith. ਜਿਹੜੇ ਸੇਵਾ ਕਰਨ ਦੀ ਕੋਸ਼ਿਸ਼ ਕਰ, ਸਾਰੇ ਹੀ, ਕੋਈ ਥੋੜ੍ਹਾ ਹੀ ਕਰਦਾ, ਕੋਈ ਬਾਹਲੀ ਕਰਦਾ, ਕੋਈ ਵੱਧ ਬਲੀਵ ਕਰਦਾ, ਕੋਈ ਥੋੜ੍ਹੀ ਕਰਦਾ, ਪਰ ਜਿਹੜਾ ਗੁਰੂ ਸਾਹਿਬ ਦੀ ਟੀਚਿੰਗ ਨੂੰ ਫੋਲੋ ਕਰਦਾ. ਪਰ ਇੱਥੇ ਕਿਤੇ ਪ੍ਰੋਬਲਮ ਪੈ ਜਾਂਦੀ ਆ. ਹੁਣ ਜੇ ਆਪਾਂ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਅਰਦਾਸੀਆਂ ਕੀਤੀਆਂ, ਬਹੁਤ ਜਗ੍ਹਾ ਗਏ ਨਾਨਕ ਪੰਥੀ, ਸਾਰੇ ਭਾਰਤ ਦੇ ਵਿੱਚ, ਸਿੰਧ ਦੇ ਵਿੱਚ, ਸਤਨਾਮੀਏ ਇੱਧਰ ਯੂਪੀ ਦੇ ਵਿੱਚ ਜਾਂ ਮੱਧ ਪ੍ਰਦੇਸ਼ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਆ. ਸਿੱਖਲੀ ਘਰ ਬਣ ਜਾ ਰਹੇ ਆ ਤੇ ਹੋਰ ਸਿੰਧੀ ਵੀ ਹੈਗੇ ਆ, ਪਰ ਉਹ ਕੁਝ ਹੱਦ ਤੱਕ ਉਹ ਪ੍ਰੈਕਟਿਸਿਸ ਉਹਨਾਂ ਦੀ ਡਿਫਰੈਂਟ ਹੋਈਆਂ ਕਰਕੇ ਜਿੱਥੇ ਜਿੱਦਾਂ ਦਾ ਮਾਹੌਲ ਹੁੰਦਾ, ਉਹ ਸਿੱਖ ਆ ਜੇ ਨਹੀਂ ਸਿੱਖ, ਉਹ ਪੰਥ ਦੇ ਆ ਜੇ ਨਹੀਂ ਪੰਥ ਦੇ. ਸੋ ਜੇ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਇੰਪੈਕਟ ਕੀਤਾ ਤੇ ਉਹ ਫੋਲੋ ਕਰ ਰਹੇ ਆ ਟੂ ਸਮ ਐਕਸਟੈਂਟ. ਜਿਵੇਂ ਕਿ ਮੈਂ ਦੇਖਿਆ ਸੀਗਾ ਨੇਪਾਲ ਵਿੱਚ ਵੀ ਕਈ ਆਪਣੇ ਗੁਰਦੁਆਰਾ ਸਾਹਿਬ ਆ, ਉੱਥੇ ਨੌਨ ਸਿੱਖਸ ਦੇਖੋ ਸੇਵਾ ਕਰ ਰਹੇ ਆ. ਕਸ਼ਮੀਰ ਵਿੱਚ ਵੀ ਮੈਂ ਦੇਖਿਆ ਸੀਗਾ ਕਈ ਜਿਹੜੇ ਰੂਰਲ ਏਰੀਆ ਜਾਂ ਜਿਹੜੇ ਨਹੀਂ ਹਾਰਡ ਟੂ ਰੀਚ ਏਰੀਆ, ਉੱਥੇ ਸਿੱਖ ਹੈ ਨਹੀਂ ਗੇ, ਉੱਥੇ ਮੁਸਲਮਾਨ ਸੇਵਾ ਕਰ ਰਹੇ ਆ. ਸੋ ਉਹਨਾਂ ਨੂੰ ਆਪਾਂ ਕੀ ਕਹਾਂਗੇ ਵੀ ਉਹ ਸੇਵਾ ਕਰਨੀ, ਸਾਡੇ ਪੰਥ ਦਾ ਹਿੱਸਾ ਆ. ਆਪਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਬਿਕਾਜ਼ ਜਿਹੜੇ ਗੁਰੂ ਸਾਹਿਬ ਦੀ ਜਿਹੜੀ ਟੀਚਿੰਗ ਸੀਗੀ, ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਮੋਸਟ ਟਰੈਵਲਡ ਪਰਸਨ ਇਨ ਹਿਸਟਰੀ, ਆਪਾਂ ਕਹਿ ਸਕਦੇ ਹਾਂ ਵੀ ਇਹ ਕਿੰਨਾ ਮਹਾਰਾਜ ਨੇ ਜਾਣੀ ਇਹ ਨਹੀਂ ਕੀਤਾ ਵੀ ਇੱਕ ਜਗ੍ਹਾ 'ਚ ਰਹਿ ਕੇ ਹਰਮਿਟ ਬਣ ਕੇ ਆਪਾਂ ਸਾਰਾ ਆਪਦੀ ਕੰਫਰਟ ਜ਼ੋਨ ਦੀ ਜਿੱਦਾਂ ਗੱਲ ਕੀਤੀ ਗਈ ਉੱਥੇ ਹੀ ਰਹਿ ਕੇ ਆਪਾਂ ਸਾਰਾ ਕੁਛ ਕਰੀਏ, ਵੀ ਆਪਾਂ ਬਾਹਰ ਰੀਚ ਕਰੀਏ, ਵੀ ਇਹ ਪ੍ਰਚਾਰ ਕਰੀਏ. ਸੋ ਅਮਰੀਕ, ਇਹ ਮੈਂ ਤੁਹਾਡੇ ਤੇ ਆਉਣਾ, ਮੈਂ ਪਿੱਛੇ ਇੱਕ ਸੁਣਦਾ ਸੀ ਲੈਕਚਰ, ਗੁਰਸਿੱਖ ਸੀਗੇ, ਅੰਮ੍ਰਿਤਧਾਰੀ ਗੁਰਸਿੱਖ, ਮੇਰੇ ਖਿਆਲ ਕਾਫੀ ਬਾਬਾ ਜੀ ਇੰਡੀਆ ਤੋਂ ਨੌਲੇਜੇਬਲ ਨਿਹੰਗ ਸਿੰਘ, ਉਹ ਕਹਿੰਦੇ ਵੀ ਜਿਹੜਾ ਸਿੱਖ ਪੰਥ ਬਹੁਤ ਵੱਡਾ ਆ, ਗੁਰੂ ਨਾਨਕ ਦੇਵ ਜੀ ਨੇ ਬਹੁਤ ਵੱਡਾ ਇੱਕ ਦਾਇਰਾ ਸੀਗਾ, ਪਰ ਅਸੀਂ ਆਪਣੀਆਂ ਅੰਗਾਂ ਵੱਢੀ ਜਾਂਦੇ ਆ ਵੀ ਇਹ ਵੀ ਸਿੱਖ ਹੈ ਨਹੀਂ, ਇਹ ਵੀ. ਹੁਣ ਜਿੱਦਾਂ ਹੁਣ ਸਿੰਧੀ ਆ, ਸਿੰਧੀ ਲੋਕ ਉਹ ਕੁਝ ਰਿਚੁਅਲਸ ਕਰਦੇ ਆ ਜਿਹੜੇ ਕਿ ਸ਼ਾਇਦ ਸਾਨੂੰ ਨਹੀਂ ਠੀਕ ਲੱਗਦੇ. ਹਾਂਜੀ, ਸਾਊਥ ਦੇ ਵਿੱਚ ਜਾਂ ਈਵਨ ਪਾਕਿਸਤਾਨ ਦੇ ਵਿੱਚ ਜਿਹੜੇ ਸਿੰਧੀ ਸਿੱਖ ਆ, ਤਾਂ ਹਿੰਦੂ ਤਕਰੀਬਨ ਹੁਣ ਕਈ ਗੁਰਦੁਆਰੇ ਵਿੱਚ ਉਹਨਾਂ ਨੇ ਗੀਤਾ ਵੀ ਰੱਖੀ ਹੈ ਤੇ ਗੁਰੂ ਗ੍ਰੰਥ ਸਾਹਿਬ. ਕੀ ਆਪਾਂ ਨੂੰ ਉਹਨਾਂ ਨੂੰ ਕੱਟਣਾ ਚਾਹੀਦਾ ਵੀ ਤੁਸੀਂ ਪ੍ਰੋਪਰ ਸਿੱਖ ਹੈ ਨਹੀਂ, ਜਾਂ ਆਪਾਂ ਕਹੋਗੇ ਵੀ ਤੁਸੀਂ ਪ੍ਰੋਪਰ ਤਾਂ ਨਹੀਂ ਹੋਗੇ, ਜਾਂ ਪ੍ਰੋਪਰ ਪਤਾ ਨਹੀਂ ਕੀ ਆ, ਪਰ ਤੁਸੀਂ ਸਾਡਾ ਅੰਗ ਆ? What do you think about that? I take a sort of a more longer viewpoint. ਹੈ ਕਿ ਨਹੀਂ, ਜਿਹੜੀ ਗੱਲ ਹੈ ਕਿ ਆ ਜਿਹੜੀ ਇੰਟਰਫੇਰੈਂਸ ਸਿੱਖ ਪੰਥ ਦੇ ਵਿੱਚ ਹੋਈ ਆ since the time when the East India Company took over Punjab,
ਉਹਨੇ ਤੇ burnt all the literature in ਪੰਜਾਬ, ਪਿੰਡ ਤੇ ਪਿੰਡ ਜਾ ਕੇ ਜਿਹੜੀ ਸੀਗੇ ਉਹਨੇ ਸਾਰਾ ਕੁਛ ਤਬਾਹ ਕਰ ਦਿੱਤਾ ਸੀਗਾ। ਐਂਡ I forget Lord, I think it was Lord Dalhousie ਜਨ ਉਹਨੂੰ ਲਿਖਿਆ ਸੀਗਾ ਵੀ we need to destroy, because at the time ਜਦੋਂ ਉੱਥੇ ਆਏ ਸੀਗੇ there was I think a 90% literacy rate. More recent times, But even Guru Nanak's time, the point ਜਿਹੜਾ ਪ੍ਰਚਾਰ ਹੋ ਰਿਹਾ ਸੀਗਾ, ਜਦੋਂ from ਪਹਿਲੇ ਪਾਤਸ਼ਾਹ 10ਵੇਂ ਪਿਤਾ ਜੀ ਤੱਕ, ਉਹ ਪ੍ਰਚਾਰ ਹੈਗਾ 10 ਨੌਆਂ ਦੀ ਸੇਮ ਹੀ ਅੰਗ ਆ, ਵੱਖਰਾ ਤਾਂ ਹੈ ਹੀ ਨਹੀਂ ਹੈਗਾ। ਉਹ ਜਿਹੜੀ ਹੈਗੇ ਪ੍ਰਚਾਰ ਹੋਏ ਸੀ ਉਸ ਹਿਸਾਬ ਦੇ ਨਾਲ ਪ੍ਰਚਾਰ ਉਦੋਂ ਵੀ ਹੋ ਰਿਹਾ ਸੀਗਾ। ਬਟ ਯੂ ਕੈਨ ਅੰਡਰਸਟੈਂਡ ਕਿ ਸਾਡੀ ਜਿਹੜੀ ਸਿੱਖ ਕੌਮ ਦੀ ਜਿਹੜੀ ਹੈ ਨਾ ਹਿਸਟਰੀ ਆ, it was always under difficult circumstances. Actually, look at this, is that diversity is part of our Sikh heritage. There's nothing wrong with diversity. I don't think ਇੱਥੇ ਕੋਈ ਵੀ ਮੇਰਾ ਵੀਰ ਵੀ ਜਾਂ ਹੋਰ ਵੀ ਕੋਈ ਹੈ ਨਾ, anybody can say that there's anything wrong with diversity. ਮੇਰਾ ਇਹ ਕਹਿਣ ਦਾ ਮਤਲਬ ਜਿਹੜਾ ਆਪਣਾ ਪ੍ਰਚਾਰ ਆ ਨਾ, some of it was taken out of our hands. And ਜਿਹੜੀ ਮੈਂ ਹੁਣ ਇੱਥੇ ਤੱਕ if you bring it into the modern era, if you ਜੇ ਅਸੀਂ ਐਨਾਲਾਈਜ਼ ਕਰਾਂ ਜਿਹੜੀ ਪੰਥ ਦੀ ਜਿਹੜੀ ਹੈ ਨਾ ਵੱਖਰੀ ਜਿਹੜੀ ਕਹਿੰਦੇ ਆਪਾਂ ਹੋਈ ਆ, unfortunately it's always been to certain level, it's always been there. ਮੇਰਾ ਇਹ ਕਹਿਣ ਦਾ ਭਾਵ ਹੈਗਾ ਜਿਹੜਾ ਪ੍ਰਚਾਰ ਆ ਸਾਡਾ ਹੈਗਾ ਉਹ ਬੜਾ ਵੀਕ ਆ। ਉਹ ਵੀਕ ਕਾਹਦੇ ਆ? But every time we've had to get ourselves together and almost get our rights in order. Even ਹੁਣ ਵੀ ਤੁਸੀਂ ਗੱਲ ਕਰੋ ਹੁਣ, ਜੇ ਤੁਸੀਂ ਸਿੰਧੀਆਂ ਦੀ ਗੱਲ ਕਰਦੇ ਜਾਂ ਹੋਰਾਂ ਦੀ ਗੱਲ ਕਰਦੇ ਆ, ਉੱਥੇ ਆਪਣੀ ਜਿਹੜੀ ਬੜੀ ਜਿਹੜੀ ਆਪਣੀ ਸੰਸਥਾ ਆ, ਕਿੰਨਾ ਪ੍ਰਚਾਰ ਉੱਥੇ ਕਰਨ ਲੱਗੀ ਆ। ਹੁਣ ਜਿਹੜੇ ਸਿੱਖ ਆ they've tried to go out there and ਉਹਨਾਂ ਨੂੰ ਪ੍ਰਚਾਰ ਕਰਨੀ, but every time we take 2 steps forward, unfortunately there are barriers put in our way to I'm going to come to it's a coffee important issue. We often say that 2 crore Sikh hai, theek hai, 20 million ਜਾਂ 30 million ਹੈ ਪੰਜਾਬ ਚ, ਜਾਂ 3-4 million ਬਾਹਰ ਹੋਗਾ। But then we also hear about these figures of millions of Sikhs across India, but maybe they don't practice Sikhi in the way that we might define Sikhi. So is there space for diversity within Sikhi, or do we all have to follow a very strict kind of line, and if you don't follow that line, you're not a Sikh? What's your view about that? My view is that we have to increase our quality of our pracharaks. I'll give you an example. About 10 years ago, in one of the UK towns, as well as doing talks at the Singh Sabha Gurdwara, I went and did a talk at Ravidas Gurdwara. And upon returning to the Singh Sabha Gurdwara afterwards, I had people, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਰਵਿਦਾਸੀਆਂ ਦੇ ਕਾਹਤੇ ਗਏ ਆ, ਉੱਥੇ ਤਾਂ ਨਿਸ਼ਾਨ ਸਾਹਿਬ ਨਹੀਂ ਹੈਗੇ, ਉੱਥੇ ਤਾਂ ਅੰਮ੍ਰਿਤਧਾਰੀ ਨਹੀਂ ਹੈਗੇ। ਐਂਡ ਮੈਂ ਉਹਨਾਂ ਨੂੰ ਫਿਰ ਜਵਾਬ ਦਿੱਤਾ, ਮੈਂ ਕਿਹਾ ਜੇ ਅਸੀਂ ਉੱਥੇ ਜਾਊਂਗੇ ਨਹੀਂ ਤਾਂ ਹੀ ਉੱਥੇ ਅੰਮ੍ਰਿਤਧਾਰੀ ਤੇ ਨਿਸ਼ਾਨ ਸਾਹਿਬ ਆਊਗਾ। ਜੇ ਅਸੀਂ ਉੱਥੇ ਜਾ ਕੇ ਪ੍ਰਚਾਰ ਕਰੀਏ, ਐਂਡ ਕੀ ਹੋਇਆ, ਉਹ ਤੋਂ ਅਗਲੇ ਹਫ਼ਤੇ ਉਹਨਾਂ ਨੇ ਸਾਰੇ ਉਹ ਰਵਿਦਾਸ ਗੁਰਦੁਆਰੇ ਤੋਂ ਉਹਨਾਂ ਨੇ ਸਾਰੇ ਆਪਣੇ ਬੱਚੇ ਗੁਰਦੁਆਰੇ ਭੇਜੇ ਸੀ ਕਿ ਇੱਥੇ ਕੀਰਤਨ ਸਿੱਖਣ, ਤੇ ਬੱਚਿਆਂ ਦੇ ਵਿੱਚ ਝੱਟ ਪਿਆਰ ਹੋ ਗਿਆ ਤੇ ਬੱਚੇ ਇੱਕ ਦੂਜੇ ਦੇ ਫਰੈਂਡ ਬਣ ਗਏ ਤੇ ਉੱਥੇ ਇੱਕ ਹੋ ਗਿਆ। ਦ ਪ੍ਰੋਬਲਮ ਇਜ਼ ਦੈਟ ਇੱਕ ਤਾਂ ਅਸੀਂ ਇੱਕ ਬ੍ਰੇਨ ਡਰੇਨ ਕ੍ਰੀਏਟ ਕੀਤੀ ਆ, ਐਂਡ ਇਹਦੇ ਵਿੱਚ ਆਪਣੇ ਸਾਰੇ ਗੁਰਦੁਆਰੇ ਤੇ ਜਥੇਬੰਦੀਆਂ ਇਹਦੇ ਵਿੱਚ ਜ਼ਿੰਮੇਵਾਰ ਆ। ਬਿਕਾਜ਼ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸੋਹਣਾ ਪ੍ਰਚਾਰ ਕਰਦਾ ਆ, ਅਸੀਂ ਇੱਕਦਮ ਉਹਨੂੰ ਬਾਹਰ ਲੈ ਆਉਣੇ, ਭਾਵੇਂ ਉਹ ਕੀਰਤਨੀ ਹੁੰਦਾ ਆ ਜਾਂ ਪ੍ਰਚਾਰਕ ਹੁੰਦਾ ਆ। ਤੇ ਸਾਨੂੰ ਕਹਿਣਾ ਚਾਹੀਦਾ ਆ ਕਿ ਵੀਰ ਜੀ ਜਾਂ ਭਾਈ ਸਾਹਿਬ ਜਾਂ ਬੀਬੀ ਜੀ, ਅਸੀਂ ਤੁਹਾਨੂੰ ਇੰਗਲੈਂਡ ਵੱਲੋਂ ਜਾਂ ਅਮਰੀਕਾ ਵੱਲੋਂ ਅਸੀਂ ਤੁਹਾਨੂੰ ਸਪਾਂਸਰ ਕਰੂੰਗੇ, ਤੁਸੀਂ ਸਾਰੀ ਇੰਡੀਆ 'ਚ ਜਾ ਕੇ ਪ੍ਰਚਾਰ ਕਰੋ, ਥਾਂ ਜਾ ਕੇ ਪ੍ਰਚਾਰ ਕਰੋ। ਆਪਾਂ ਤਾਂ ਇਕੱਲੇ ਵਣਜਾਰੇ ਸਿੱਖਾਂ ਦੀ ਗੱਲ ਕਰਦੇ ਹਾਂ। ਲਾਸਟ ਵੀਕ ਜਿਹੜਾ ਖਾਲਸਾ ਕੈਂਪ there was ਸਿੰਧੀ ਤੋਂ ਲੋਕ ਆਏ ਸੀਗੇ, ਐਂਡ ਇਟਸ ਵੈਰੀ ਇੰਟਰਸਟਿੰਗ ਟਾਕਿੰਗ ਟੂ them, ਹਨਾ, ਬਿਕਾਜ਼ ਉਹ ਕਹਿੰਦੇ ਸਾਨੂੰ ਬਾਣੀ ਨਾਲ ਇੰਨਾ ਪਿਆਰ ਆ ਪਰ ਸਾਨੂੰ ਰਹਿਤ ਬਾਰੇ ਕੁਛ ਨਹੀਂ ਪਤਾ। ਐਂਡ ਦਿਸ ਇਜ਼ ਆਵਰ ਟ੍ਰੈਜੇਡੀ, ਬਿਕਾਜ਼ ਅਸੀਂ ਉੱਥੇ ਪ੍ਰਚਾਰਕ ਹੀ ਨਹੀਂ ਭੇਜ ਰਹੇ ਜਿਹੜੇ ਉਹਨਾਂ ਨੂੰ ਰਹਿਤ ਬਾਰੇ ਦੱਸ ਸਕਦੇ ਆ। ਸੋ ਵੀ ਹੈਵ ਅ ਜ਼ਿੰਮੇਵਾਰੀ not to just bring every single ਪ੍ਰਚਾਰਕ ਜਿਹੜਾ ਉੱਠਦਾ ਆ ਉਹਨੂੰ ਬਾਹਰ ਹੀ ਝੱਟ ਲੈ ਗਏ to Canada, America, UK, Australia. ਸਾਨੂੰ ਇਹ ਹੋਣਾ ਚਾਹੀਦਾ ਆ ਕਿ we should be saying to them, go to different parts of Punjab, go to different parts of India, go to different parts of all of these areas ਜਿੱਥੇ ਨਾਨਕ ਨਾਮ ਲੇਵਾ ਆ। ਦੂਸਰੀ ਚੀਜ਼ ਆ, when we talk about the colonialization, ਹਨਾ, ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਆ, it was actually G.W. Lightner
In 1864, he became the Registrar of University of Punjab. है ना? And he's actually set a process of de-educating Punjab. ਉਹਨਾਂ ਨੇ ਸਾਡੇ ਜਿਹੜੇ ਗੁਟਕੇ ਸੀਗੇ, ਸਾਡੇ ਜਿਹੜੀ ਪੋਥੀਆਂ ਸੀਗੀਆਂ, intentionally destroy ਕੀਤੀਆਂ ਸੀ so that we were a calm of Maharaja in terms of we owned our own lands, and they wanted to turn us into the workforce. And aj tak we have not really recovered. I talk about this a lot more in the Sikh parenting course, where I explain what was actually done to us in our journey. However, we have to understand that there was an intentional de-education of our qawm, and this was done so that we could be turned into the workforce. And je tusi aj bhi dekho, we are still the workforce, hana, in many ways, hana. Asi jithe bhi jane hain, we are basically are acting as workers. So we have to now go back to the points, because ਜੇ ਆਪਣਾ ਇਤਿਹਾਸ ਦਾ ਸਾਰਾ ਤੁਸੀਂ ਦੇਖੋ ਹਨਾ, ਅਸੀਂ ਹਮੇਸ਼ਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਤੋਂ ਬਾਅਦ ਅਸੀਂ ਹਮੇਸ਼ਾ ਵੀ ਬੀਨ ਇਨ ਅ ਸਟੇਟ ਆਫ ਸੰਘਰਸ਼। ਸਾਡਾ ਪਹਿਲਾ ਸੰਘਰਸ਼ ਮੁਗਲਾਂ ਨਾਲ ਹੁੰਦਾ ਸੀ, ਫਿਰ ਗੋਰਿਆਂ ਦੇ ਨਾਲ ਹੁੰਦਾ ਸੀ, ਫਿਰ 1947 ਤੋਂ ਬਾਅਦ ਬ੍ਰਾਹਮਣ ਰਾਜ ਨਾਲ ਹੋ ਰਿਹਾ ਹਨਾ। ਹੁਣ ਬਾਹਰ ਆ ਕੇ ਅਸੀਂ ਹੁਣ ਥੋੜਾ ਜਿਹਾ ਸਾਹ ਲੈ ਸਕਦੇ ਹਾਂ, ਬਿਕਾਜ਼ ਸਾਡਾ ਹੁਣ ਸਟੇਟ ਆਫ ਸੰਘਰਸ਼ ਇੱਥੇ ਬਾਹਰ ਸਾਨੂੰ ਕੋਈ ਮਾਰ ਨਹੀਂ ਰਿਹਾ, ਬਟ ਵੀ ਆਰ ਬੈਟਲਿੰਗ ਵਿਦ ਅਸਿਮੀਲੇਸ਼ਨ ਹਨਾ। So this is an opportunity ਕਿ ਅਸੀਂ ਆਪਣੇ ਜਿਹੜੇ ਪੰਥ ਦੇ ਗ੍ਰੰਥ, ਰਾਗ, ਇਤਿਹਾਸ, ਸਾਰੀਆਂ ਚੀਜ਼ਾਂ, ਨਾਮ, everything ਜੋ ਅਸੀਂ ਹੌਲੀ ਹੌਲੀ ਆਪਣੇ ਕੋ ਗੁਆਚਿਆ ਗਿਆ ਆ, ਉਹਨੂੰ ਰੀਡਿਸਕਵਰ ਕਰ ਸਕਦੇ ਆ in these western countries through re-educating our ਪੰਥ, and ਫਿਰ ਅਸੀਂ ਵਾਪਸ ਜਾ ਕੇ ਪੰਜਾਬ ਜਾਂ ਇੰਡੀਆ ਜਾ ਕੇ ਇੱਥੋਂ ਜਾ ਕੇ ਪ੍ਰਚਾਰਕ ਉੱਥੇ ਵੀ ਭੇਜ ਸਕਦੇ ਆ। ਪਰ ਫਿਰ ਸਾਨੂੰ ਪਹਿਲਾਂ ਸਾਨੂੰ ਇੱਥੇ ਪ੍ਰਚਾਰਕ ਤਿਆਰ ਕਰਨੇ ਚਾਹੀਦੇ ਆ। ਸਾਨੂੰ ਇਹ ਨਹੀਂ ਹੈਗਾ ਕਿ ਇੰਡੀਆ ਤੋਂ ਸਾਰੇ ਪ੍ਰਚਾਰਕ ਇੱਥੇ ਲਿਆਉਣੇ ਚਾਹੀਦੇ। We should have all our main ਗੁਰਦੁਆਰੇ should be looking at programs, how are we going to create pracharaks for the future that are UK born, and how are we going to create granthis, etc. Jidda Musliman ne kita in their communities, other people are doing. We should be giving them that kind of program. Jagjit, we'll come to the solutions afterwards, but I just wanted to still, we're going to take different angles. We'll come to the prachar as well, but I just want to... Kuldeep Singh ji, ਜਦੋਂ ਆਪਾਂ social media ਦੀ ਗੱਲ ਕਰਦੇ, is a big factor, cause of division. What do you say to that? ਸੋਸ਼ਲ ਮੀਡੀਆ ਹੁਣ ਅੱਗ ਵਾਂਗੂ ਫੈਲਦੀ ਹੈ। ਜੋ ਵੀ ਖਬਰ ਆਪਾਂ ਪਾਉਂਦੇ ਹਾਂ, ਜੇ ਸਹੀ ਪਾਉਂਦੇ ਹਾਂ ਉਹਦਾ ਇੱਦਾਂ ਲੱਗਦਾ ਕਿ ਉਹਦਾ ਰਿਸਪੌਂਸ ਨਹੀਂ ਆਉਂਦਾ। ਹੁਣ ਤੁਹਾਨੂੰ ਅਸੀਂ ਐਗਜ਼ਾਮਪਲ ਦਿੰਦੇ ਹਾਂ, ਜੇ ਗੁਰਦੁਆਰਾ ਸਾਹਿਬ ਦੇ ਅਸੀਂ ਪੇਜ 'ਤੇ ਕੁਛ ਯੂਸਫੁਲ ਪਾਈਏ, ਉਹਦੇ 'ਤੇ ਕੋਈ ਰਿਸਪੌਂਸ ਨਹੀਂ ਆਉਂਦਾ, ਪਰ ਜੇ ਕੋਈ ਕੰਟਰੋਵਰਸ਼ੀਅਲ ਚੀਜ਼ ਪਾ ਦਈਏ ਫਿਰ ਉਹ ਅੱਗ ਵਾਂਗੂ ਫੈਲਦੀ ਹੈ। ਸੋ ਕਈ ਨਵੇਂ ਪਲੇਟਫਾਰਮ ਆਏ ਆ, ਟਿਕਟੋਕ, ਇੰਸਟਾਗ੍ਰਾਮ ਵੀ, ਇੰਸਟਾਗ੍ਰਾਮ ਟਿਕਟੋਕ ਈਵਨ ਮੋਰ ਸੋ, ਇੰਨੇ ਫਾਸਟ ਜਾਂਦੇ ਆ। ਸੋ ਉਹ ਡੈਮੇਜਿੰਗ ਹੋ ਜਾਂਦਾ ਆਪਣੇ ਲਈ ਵੀ, ਜਿਨ੍ਹਾਂ ਦੇ ਬਾਰੇ ਕਈ ਵਾਰੀ ਗਲਤ ਵੀ ਨਿਊਜ਼ਾਂ ਫੈਲਾਈਆਂ ਜਾਂਦੀਆਂ, ਉਹ ਵੀ ਸਾਰਿਆਂ ਲਈ, ਜਾਣੀ ਜਥੇਬੰਦੀਆਂ ਲਈ ਪਰਸਨਲ ਤੌਰ 'ਤੇ ਇਹ ਡੈਮੇਜਿੰਗ ਆ ਚੀਜ਼ਾਂ। ਜਾਣੀ ਘਰੋਂ ਬੈਠੇ ਲੋਕ ਕੀਬੋਰਡ ਵਾਰੀਅਰ ਬਣ ਜਾਂਦੇ। ਪਹਿਲਾਂ ਕਿੱਦਾਂ ਹੁੰਦਾ ਸੀਗਾ, ਦੇਖੋ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਦੇਖਦੇ ਸੀ, ਇੱਕ ਚੀਜ਼ ਦੇ ਫਾਇਦੇ ਵੀ ਹੁੰਦੇ ਆ, ਜਾਣੀ ਜਨਰਲੀ ਚੀਜ਼ਾਂ ਦੇ ਫਾਇਦੇ ਵੀ ਹੁੰਦੇ ਆ, ਪਰ ਜਦੋਂ ਅਸੀਂ ਗਰੋਪ ਹੋ ਰਹੇ ਸੀ, ਅਸੀਂ ਦੇਖਦੇ ਹੁੰਦੇ ਸੀਗੇ ਕਿ ਪੰਜਾਬ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ, ਵਾਈਸ ਵਰਸਾ ਆ, ਤੇ ਉਹ ਜਦ ਨੂੰ ਬੰਦਾ ਚਿੱਠੀ ਲਿਖਦਾ ਉਹ ਗੁੱਸਾ ਨਿਕਲ ਜਾਂਦਾ ਹੈ ਨਾ। ਮੈਂ ਕਹਿੰਦਾ ਜਿੱਦਾਂ WhatsApp ਵਗੈਰਾ ਇਹ ਹੈਗੇ ਫਸਾਦ ਦੀ ਜੜ ਹੈ ਇਹ। ਜੇ ਇੰਨੀ ਕਮਿਊਨੀਕੇਸ਼ਨ ਫਾਸਟ ਹੋ ਗਈ ਹੈ ਕਿ ਸੋਚਣ ਨੂੰ ਸਾਨੂੰ ਟਾਈਮ ਨਹੀਂ ਲੱਗਦਾ, ਜਦ ਨੂੰ ਅਸੀਂ ਪਹਿਲਾਂ ਹੀ ਨੁਕਸਾਨ ਕਰ ਬੈਠੇ। ਕੁਲਦੀਪ, ਤੁਸੀਂ ਸੋਚਣ ਦੀ ਗੱਲ ਕੀਤੀ, ਗੱਲ ਇੱਥੇ ਆ ਹੁਣ ਟਿਕਟੋਕ, ਇੰਸਟਾਗ੍ਰਾਮ ਮੀਨਸ ਇੰਸਟੈਂਟ। ਗੁਰੂ ਸਾਹਿਬ ਨੇ ਸਾਨੂੰ ਬਹੁਤ ਵਿਵੇਕ ਕਹਿੰਦੇ ਵੀ ਤੁਸੀਂ ਸੋਚ ਕੇ ਵਿਚਾਰ ਕੇ ਤਾਂ ਫੇਰ ਮੂੰਹ ਖੋਲੋ। ਅਸੀਂ ਇੰਸਟੈਂਟਲੀ ਤਾਂ ਖਾਸ ਕਰਕੇ ਜੇ ਕੋਈ ਸਿੱਖਾਂ ਦੀ ਬੇਇੱਜ਼ਤੀ ਹੁੰਦੀ ਆ, ਜੇ ਕਿਸੇ ਗ੍ਰੰਥੀ ਫੜਿਆ ਗਿਆ, ਉਹ ਆਪਾਂ ਜ਼ਿਆਦਾ ਸ਼ੇਅਰ ਕਰਦੇ ਹਾਂ, ਪਰ ਉਹਦੇ ਨਾਲ ਸਾਡਾ ਨੁਕਸਾਨ ਵੀ ਜ਼ਿਆਦਾ ਹੁੰਦਾ, ਕਰਕੇ ਅਸੀਂ ਆਪਣੀ ਬੇਇੱਜ਼ਤੀ ਕਰੀ ਜਾਂਦੇ ਹਾਂ। ਹਾਊ ਡੂ ਯੂ ਕਾਈਂਡ ਆਫ ਸਟ੍ਰਾਈਕ ਦ ਬੈਲੈਂਸ ਬਿਟਵੀਨ ਐਕਸਪੋਜ਼ਿੰਗ but not kind of exposing unfairly, if you like? I think, have to be very careful. ਕਰਕੇ ਜਿਹੜੀ ਗੱਲ ਹੈਗੀ ਆ, ਕਈ ਲੋਕਾਂ ਨੂੰ ਇਹ ਵੀ ਸਮਝ ਨਹੀਂ ਹੈ ਪੈਂਦੀ ਬਈ whatever you put on there, it becomes published property. Exactly. And ਜੇ ਤੁਸੀਂ ਕਿਸੇ ਨੂੰ liable ਕਰ ਸਕਦੇ ਆ, or you put something on there, you defame somebody, then there are consequences. And sadly, ਆਪਣੇ ਜਿਹੜੇ ਨਿਆਣੇ ਆ, they don't understand these things. That they just it's almost like they get an image, they'll send it out to 1,000 other people. It's just instant, like you say, it's instant, and there are dangers.
And I think really ਉੱਥੇ ਮੁੜ ਕੇ ਆ ਜਾਂਦੀ ਹੈ ਮੁੜ ਕੇ about educating and responsibility ਕਿਹੜੀ ਹੈ to educate young people. And the problem is that even ਜਿਹੜੇ parents ਵੀ ਹੈ ਜਿਹੜੇ educated parents ਆ, when I say educated, they've been brought up in this country, and they understand a bit about how things work. ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਕਿੱਦਾਂ ਆਪਣੇ ਬੱਚਿਆਂ ਨੂੰ ਸਪੋਰਟ ਕਰੀਏ. And it's not just a problem for ਆਪਣੀ community, it's a problem for all communities. Because it's affecting young people in such a way that people couldn't predict how it is. That's why, everybody's grappling with, even the government's grappling with what laws to pass to control it. ਗੁਰਦੀਪ ਸਿੰਘ ਵਿੱਚ ਫੇਸਬੁੱਕ ਤੇ ਲਾਇਆ ਜਾਂਦਾ ਜਿੱਦਾਂ ਕੋਈ ਪ੍ਰਚਾਰਕ ਹੋਵੇ ਉਹਨਾਂ ਦਾ ਕੱਟ ਵੱਢ ਕੇ ਜਿਹੜੀ ਗੁਰੂ ਦੀਆਂ ਗੱਲਾਂ ਕੀਤੀਆਂ ਵੀ ਹੁੰਦੀ ਉਹ ਵੀ ਕੱਟ ਵੱਢ ਕੇ ਮਰੋੜ ਤਰੋੜ ਕੇ ਪੇਸ਼ ਕੀਤੀਆਂ ਜਾਂਦੀਆਂ. Then that is the issue. People try to hide behind anonymity, and sometimes they're in other countries. And unfortunately, there's also a mass movement out there that wants to defame different. Particularly for us Sikhs, that there are a lot of people that really Sikhi de khilaf, and so it works both ways. We misuse it and harm ourselves, but there are people out there who want to use it, and they manipulate. Some of them are very manipulative in the way they approach, and ਜਿਹੜੇ ਆਪਣੇ young ਵੀ ਉਹ ਵੀ ਕਹਿੰਦੇ ਉਹ ਵੀ ਫਿਰ ਪਾਸੇ ਆਂਦੇ ਪਿੱਛੇ ਹੈ ਨਾ. That doesn't mean that ਜਿਹੜੇ ਸਾਡੇ ਕੌਮ ਦੇ ਵਿੱਚ ਗਲਤ ਬੰਦੇ ਨਹੀਂ ਹੈਗੇ ਆ. And so it's important. To what degree is social media, particularly these Instagram and TikTok, where people just kind of throw things out without thinking, to what degree is that responsible for the fragmentation that's taking place now? Almost a conflict among Sikhs as well. Anji? The thing with social media, social media doesn't help, because essentially what social media is, it's a dopamine fix, because it's just about basically stimulating your mind. So everything is instant and everything needs to be fast, and what you have a certain level of attraction to it, but ultimately ਆਪਾਂ ਨੂੰ realize ਕਰਨ ਦੀ ਲੋੜ ਆ social media is a tool, and the tone of the conversation in our panth is still set by human beings. It's not set by social media. So if there was less competition between groups, and if there was less competitiveness inside the groups as well, because groups ਅੱਗੇ ਹੁੰਦਾ ਸੀ ਜਥੇਬੰਦੀਆਂ ਨਾਲ ਲੜਦੇ ਆ, ਹੁਣ ਜਥੇਬੰਦੀਆਂ ਦੇ ਵਿੱਚ groups ਬਣ ਗਏ ਜਿਹੜੇ ਜਥੇਬੰਦੀਆਂ ਨਾਲ ਲੜਦੇ ਆ. And so essentially what it is ਨਾਮ ਦੀ ਘਾਟ ਆ, ਸਹਿਜ ਦੀ ਘਾਟ ਆ, ਵਿਚਾਰ ਦੀ ਘਾਟ ਆ, ਇਕੱਠੇ ਬੈਠਣ ਦੀ ਘਾਟ ਆ. And ultimately ਅਸੀਂ ਸੋਸ਼ਲ ਮੀਡੀਆ ਜਿੰਨਾ ਮਰਜ਼ੀ ਬਲੇਮ ਕਰ ਸਕਦੇ ਆ, ਪਰ ਜੋ ਚੀਜ਼ ਸੋਸ਼ਲ ਮੀਡੀਆ ਤੇ ਜਾਂਦੀ ਆ ਉਹਦਾ ਟੋਨ ਦੀ ਜਿਹੜੀ ਸੈਟਿੰਗ ਆ, ਅਲਟੀਮੇਟਲੀ ਇਹ ਤਾਂ ਉਹ ਲੋਕ ਕਰਦੇ ਆ ਜਿਹੜੇ ਉਹ ਡਿਵੀਜ਼ਨ ਚਾਹੁੰਦੇ ਆ. So we have to then think, like I said, everything comes down to personal responsibility. ਜੇ ਅਸੀਂ as a sangat drown out the people that are divisive, because as soon as you are experienced a bit in Sikhi, you realize that the issue is not groups versus groups. You will realize that actually every group has good people and it has shararti people. And what it is the good people in every group need to come together and look at the issues of the panth, and the shararti people need to be sidelined. The thing with social media, because it acts like a amplifier, ਉਹ ਜਿਹੜੇ ਸ਼ਰਾਰਤੀ ਲੋਕਾਂ ਨੂੰ ਐਂਪਲੀਫਾਈ ਕਰ ਦਿੰਦਾ, ਭਾਵੇਂ ਉਹ ਸ਼ਾਇਦ 5 ਜਾਂ 10% ਹੀ ਹੋਣ ਉਸ ਗਰੁੱਪ ਦੇ, ਪਰ ਉਹ ਉਹਨਾਂ ਦੀ ਆਵਾਜ਼ ਬਣ ਜਾਂਦਾ ਆ. So essentially we have to then realize ਕਿ ਆਪਾਂ ਨੂੰ ਥੋੜੀ ਜਿਹੀ ਮੈਚੁਰਿਟੀ ਦੀ ਲੋੜ ਆ, ਕਿ ਜੇ ਕੋਈ ਗਰੁੱਪ ਇੱਕ ਦੂਜੇ ਨਾਲ ਫਸੀ ਵੀ ਜਾਂਦੇ ਆ, this is actually a small part of that group, and ਅਸੀਂ ਇਹ ਜਿਹੜੇ ਕਲੇਸ਼ ਨੂੰ ਇੰਨਾ ਇੰਪੋਰਟੈਂਸ ਨਹੀਂ ਦੇਣਾ ਚਾਹੀਦਾ, because 90% of your problems only always come from 10% of the people, and so we have to realize that social media is an amplifier. It's not necessarily, because ਜਦੋਂ ਤੁਸੀਂ ਉਹ ਸੇਮ ਲੋਕਾਂ ਨਾਲ ਬੈਠ ਕੇ ਗੱਲ ਕਰਦੇ ਆ, you will often find ਕਿ ਬਹੁਤ ਸੌਖਾ ਸਹਿਜ ਦੇ ਨਾਲ ਚੀਜ਼ਾਂ ਨਜਿੱਠ ਹੋ ਜਾਂਦੀਆਂ ਆ. ਕੁਲਦੀਪ ਸਿੰਘ ਜੀ, ਤੁਸੀਂ ਗੁਰੂ ਸਮੈਦੀ ਗੁਰਘਰ ਤੁਸੀਂ ਪ੍ਰਧਾਨ ਆ, ਤਾਂ ਜਿੱਦਾਂ ਹੁਣ ਦੇਖਿਆ ਜਾਂਦਾ ਜਿਹੜੇ ਆਮ ਲੋਕ ਆ, ਜਿੱਦਾਂ ਕਈ ਬੰਦਿਆਂ ਨੂੰ ਜ਼ਿਆਦਾ ਪੂਜਦੇ ਆ, ਤਾਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪਾਸੇ ਕਰ ਦਿੰਦੇ ਆ, ਜਿੱਦਾਂ ਨਹੀਂ ਉਹਦਾ ਕੋਈ ਸਤਿਕਾਰ ਨਹੀਂ ਹੁੰਦਾ. ਜਾਣੀ ਕਿ ਬਾਬਾਵਾਦ ਨੇ ਵੀ ਸਾਨੂੰ ਕਾਫੀ ਬੰਡੀਆਂ ਦੇ ਵਿੱਚ ਪਾਤਾ, ਕੋਈ ਕਿਸੇ ਬਾਬੇ ਨੂੰ ਫੋਲੋ ਕਰਦਾ, ਕਿਸੇ ਬਾਬੇ ਨੂੰ. ਇਹਦੇ ਬਾਰੇ ਆਪਾਂ, ਕਿਉਂਕਿ ਅੱਗੇ ਇੰਨੇ ਨਹੀਂ ਸੀਗੇ, ਮੈਨੂੰ ਚੇਤਾ
ਯੰਗ ਦਮ ਮੀ, ਪਰ ਮੈਨੂੰ ਚੇਤਾ ਇੱਥੇ ਇੰਗਲੈਂਡ ਦੇ ਵਿੱਚ ਜਿੱਦਾਂ ਸਮੈਥਿਕ ਗੁਰਦੁਆਰੇ ਸੀ, ਪੰਥਕ ਗੁਰਦੁਆਰੇ ਸਾਰੇ, ਕੋਈ ਸੀ ਇੱਕ ਅੱਧਾ ਸੀ ਡੇਰਾ, ਪਰ ਹੁਣ ਹਰੇਕ ਸ਼ਹਿਰ ਦੇ ਵਿੱਚ ਤਿੰਨ ਡੇਰੇ ਵੀ ਬਣੇ ਆ। ਹੋ ਸਕਦਾ ਇਹ ਪ੍ਰਚਾਰ ਵੀ ਕਰਦੇ ਆ, ਪਰ ਇਹਦੇ ਨਾਲ ਵੀ ਥੋੜੀ ਬਹੁਤੀ ਫਰੈਗਮੈਂਟੇਸ਼ਨ, ਇਹਦੇ ਬਾਰੇ ਕੀ ਸੋਚਦੇ ਆ? ਸੋ ਇਸ ਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਹੋਣੀ ਚਾਹੀਦੀ ਹੈ, ਐਟਨੋ ਗੁਰੂ, ਹੈ ਨਾ। ਤੇ ਪਰ ਜਿਹੜੇ ਪ੍ਰਚਾਰਕ ਆ ਉਹਨਾਂ ਨੇ ਆਪਾਂ ਨੂੰ ਜੋੜਨਾ, ਜਿਵੇਂ ਆਪਣੇ ਗਿਆਨੀ ਜੀ ਵੀ ਹੁੰਦੇ ਗੁਰਦੁਆਰਾ ਸਾਹਿਬ, ਉਹਨਾਂ ਨੇ ਵੀ, ਹੋਰ ਵੀ ਜਿਹੜੇ ਪ੍ਰਚਾਰਕ ਆ, ਜਿੱਦਾਂ ਕੀਰਤਨੀ ਹੋ ਗਏ, ਕਥਾਵਾਚਕ ਹੋ ਗਏ, ਜੋ ਵੀ ਆ, ਇਹ ਉਹਨਾਂ ਨੇ ਵੀ ਆਪਾਂ ਨੂੰ ਜੋੜਨਾ, ਉਹਨਾਂ ਨੇ ਆਪਾਂ ਨੂੰ ਸੇਧ ਦੇਣੀ ਆ, ਹੈ ਨਾ। ਤੇ ਇੱਦਾਂ ਹੀ ਹੁੰਦੇ ਆ ਕਿ ਆਈ ਥਿੰਕ ਜਿਹੜੇ ਬਾਬੇ ਆ, ਓਬਵੀਅਸਲੀ ਸਾਰੇ ਹੀ ਨਹੀਂ ਮਾੜੇ ਹੁੰਦੇ, ਉਹੀ ਤਾਂ ਗੱਲ ਹੈ। ਉਹ ਪਰ ਜਿਹੜੇ ਉਸ ਕਹਿੰਦੇ ਨੇ ਬੈਡ ਐਪਲ ਹੁੰਦੇ, ਉਹ ਸਾਰਿਆਂ ਨੂੰ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕੁਲਦੀਪ, ਹੁਣ ਜਿੱਦਾਂ ਹੁਣ ਦਾਦੂਵਾਲ ਸਾਹਿਬ ਆ ਬਾਬਾ, ਉਹਦਾ ਬਹੁਤ ਸਤਿਕਾਰ ਸਰਬੱਤ ਖਾਲਸੇ ਦੇ ਵਿੱਚ ਜਥੇਦਾਰ ਸੁਣਿਆ ਸੀ, ਪਰ ਪਿੱਛੇ ਉਹਦੀ ਇੱਕ ਵੀਡੀਓ ਨਿਕਲੀ ਸੀ ਗਾਲ ਗਲੋਚੀ, ਤਾਂ ਫਿਰ ਜਿਹੜੇ ਸਾਡੇ ਐਨਮੀ ਸੀ ਉਹ ਕਹਿੰਦੇ ਸੀ ਤੁਹਾਡੇ ਬਾਬੇ ਤੁਹਾਡੇ ਸਰਬੱਤ ਖਾਲਸੇ ਦੇ ਚੁਣੇ ਆ। ਫਿਰ ਇਹਦੇ ਨਾਲ ਵੀ ਕਾਫੀ ਫਿਰ ਜ਼ਿੰਮੇਵਾਰੀ ਤਾਂ ਉਹਨਾਂ ਦੀ ਵੀ ਹੈਗੀ ਆ, ਜਿਹੜੇ ਬਾਬੇ ਆ ਜਾਂ ਜਿਹੜੇ ਪ੍ਰਚਾਰਕ ਆ, ਵੀ ਅਸੀਂ ਵੀ ਇੱਕ ਸਿੱਖੀ ਦਾ ਚਿਹਰਾ ਸਹੀ ਕਰੀਏ। ਹਾਂਜੀ, ਸੋ ਇਹਦੇ ਨਾਲ ਰਿਸਪੌਂਸਿਬਿਲਿਟੀ ਬਹੁਤ ਆਉਂਦੀ ਹੈ ਜਦੋਂ ਵੀ ਪ੍ਰਚਾਰਕ ਵੀ ਇੱਕ ਕਿਸਮ ਦੇ ਲੀਡਰ ਹੀ ਬਣ ਜਾਂਦੇ ਆ, ਕਿਉਂਕਿ ਉਹਨਾਂ ਨਾਲ ਸੰਗਤ ਜੁੜ ਜਾਂਦੀ ਹੈ, ਫਿਰ ਉਹਨਾਂ ਨੂੰ ਸੇਧ ਦੇਣੀ ਹੁੰਦੀ ਹੈ ਵੀ ਹਾਂਜੀ ਆਪਾਂ ਮਹਾਰਾਜ ਨਾਲ ਇੱਦਾਂ ਜੋੜਨਾ। ਸੋ ਉਹਨਾਂ ਨੂੰ ਵੀ, ਜਿੱਦਾਂ ਸਾਨੂੰ ਵੀ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਵੀ ਸਾਡੀ ਸ਼ਬਦਾਵਲੀ ਕਿੱਦਾਂ, ਅਸੀਂ ਬਾਹਰ ਇੰਟਰੈਕਟ ਕਿੱਦਾਂ ਕਰਦੇ ਹਾਂ, ਕਿਉਂਕਿ ਕਹਿੰਦੇ ਹੁੰਦੇ ਆ ਜਿੱਦਾਂ ਬੱਚਾ ਜੇ ਫੋਰ ਐਗਜ਼ਾਮਪਲ ਗਾਲ ਕੱਢਦਾ, ਆਪਾਂ ਹਮੇਸ਼ਾ ਇਹ ਕਹਿੰਦੇ ਇਹਦਾ ਮਤਲਬ ਇਹਨਾਂ ਦੇ ਘਰ 'ਚ ਇੱਦਾਂ ਚੱਲਦਾ, ਵੀ ਬੱਚੇ ਨੂੰ ਕਿੱਥੋਂ ਪਤਾ ਲੱਗ ਗਿਆ ਵੀ ਇੱਦਾਂ ਬੈਡ ਲੈਂਗੁਏਜ ਵਰਤਣੀ ਹੈ ਜਾਂ ਕੁਛ ਵੀ ਆ। ਸੋ ਇੱਦਾਂ ਹੀ ਜਿੱਦਾਂ ਸੰਗਤਾਂ ਵਿੱਚ ਹੁੰਦਾ ਜਾਂ ਆਪਣੀ ਕਮਿਊਨਿਟੀ 'ਚ ਹੁੰਦਾ, ਆਪਾਂ ਲੀਡਰਸ਼ਿਪ ਨੂੰ ਦੇਖਣਾ, ਜੇ ਉਹ ਬੈਡ ਐਗਜ਼ਾਮਪਲ ਸੈੱਟ ਕਰਦੇ, ਆਪਣਾ ਵੀ ਉੱਦਾਂ ਦਾ ਲਾਈਫ ਸਟਾਈਲ ਬਣ। ਗੁਰੂ ਗ੍ਰੰਥ ਸਾਹਿਬ ਜੀ ਨਾਲ ਲਾਉਂਦੇ ਆ ਤੇ ਫੇਰ ਠੀਕ ਆ, ਤੇ ਜੇ ਤੁਸੀਂ ਆਪਣੇ ਆਪ ਦੇ ਨਾਲ ਜੋੜਦੇ ਆ ਇਨਸਾਨ, ਜਿੱਦਾਂ ਬਾਬੇ ਕਹਿ ਲਓ ਜਾਂ ਬੰਦੇ ਦੇ ਨਾਲ, ਫੇਰ ਇਹ ਗਲਤ ਆ, ਹਨਾ। ਜੋੜਨਾ ਤਾਂ ਮਹਾਰਾਜ ਚਲਾਉਣਾ ਹੀ ਚਾਹੀਦਾ ਹੈ ਨਾ। ਮੈਂ ਤੁਹਾਨੂੰ ਬਾਅਦ ਚ ਆਉਣਾ, ਜਗਜੀਤ ਤੋਂ ਹੋਣਾ, ਕਿਉਂਕਿ ਇਹ ਪ੍ਰਚਾਰ ਕਰਦੇ ਆ ਬਾਹਰ ਕੈਨੇਡਾ ਤੋਂ ਆ ਕੇ। ਜਗਜੀਤ, ਇਹ ਵੀ ਸੁਣਿਆ ਤੁਸੀਂ, ਤੁਹਾਡੇ ਹਿੰਟ ਵੀ ਕੀਤੀ ਸੀ ਪਹਿਲਾਂ ਵੀ, ਜਿੱਦਾਂ ਸਾਡੇ ਜਥੇਬੰਦੀਆਂ ਦੇ ਵਿੱਚ ਵੀ ਹੁਣ ਕਾਫੀ ਡਿਫਰੈਂਸਿਸ ਹੋ ਗਈਆਂ ਮਰਿਆਦਾ ਤੇ ਵੀ, ਪਰ ਚਲੋ ਡਿਫਰੈਂਸਿਸ ਤਾਂ ਹੁੰਦੀਆਂ ਹੀ ਆ, ਦੋ ਸਿੱਖਾਂ ਦੇ ਸੇਮ ਨਹੀਂ ਹੁੰਦੇ, ਪਰ ਅਸੀਂ ਹੁਣ ਉਹ ਡਿਫਰੈਂਸਿਸ ਨੂੰ ਇੱਕ ਦੂਜੇ ਨੂੰ ਇਨਸਲਟ ਕਰਨ ਤੱਕ ਆ ਗਏ ਆ। ਜਿੱਦਾਂ ਇੱਕ ਨੇ ਦੂਜੇ ਨੂੰ ਨਾਸਤਕ ਕਹਿ ਦੇਣਾ ਜਾਂ ਪਖੰਡੀ ਕਹਿ ਦੇਣਾ, ਜਾਂ ਇਹ ਸਰਕਾਰੀ ਆ, ਇਹ ਇੱਕ ਫਰੀਲੀ ਅਸੀਂ ਜਿਹੜਾ ਸਾਡੇ ਨਾਲ ਸਹਿਮਤ ਨਹੀਂ ਹੈਗਾ ਉਹਨੂੰ ਅਸੀਂ ਕਿਸੇ ਦਾ ਦੁਸ਼ਮਣ ਬਣਾਉਂਦੇ ਆ। ਔਰ ਪ੍ਰਚਾਰਕ ਵੀ ਜਦੋਂ ਆਪਣਾ ਕਥਾ ਬਹੁਤ ਕਰਦੇ ਆ ਨਾ, ਕਈ ਸਾਰੇ ਨਹੀਂ, ਪਰ ਉਹ ਕਈ ਵਾਰੀ ਰੈਫਰੈਂਸ ਉਹੀ ਲੈਂਦੇ ਵੀ ਉਹ ਦੇਖ ਲਓ ਕਿ ਉਹ ਸਰਕਾਰੀ, ਉਹ ਸਰਕਾਰੀ, ਉਹ ਇਹਦੇ ਨਾਲ ਕੀ, ਇਹਦਾ ਹੱਲ ਕੀ ਆ? ਕਿਉਂਕਿ ਜੇ ਅਸੀਂ ਲੇਬਲ ਲਾਇਆ ਜਾਂਦਾ, ਲੇਬਲ ਆਪਾਂ ਲਾ ਕੇ ਤਾਂ ਇੱਕ ਦੂਜੇ ਨੂੰ ਇਨਸਲਟ ਕਰੀ ਜਾਂਦੇ ਆ। ਸੋ ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ, ਐਂਡ ਦਿਸ ਇਜ਼ ਜਸਟ ਗੋਇੰਗ ਇਨਟੂ ਦ ਫਿਊਚਰ, ਹੈ ਨਾ। ਸੋ 10 ਸਾਲ ਪਹਿਲਾਂ ਆਈ ਵਾਜ਼ ਇਨਵਾਈਟਡ ਟੂ ਯੂਰਪ, ਮੈਂ ਉੱਥੇ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਸੀ। ਇੱਕ ਡਿਬੇਟ ਸੀਗਾ ਬਿਟਵੀਨ ਸਿੱਖਸ ਐਂਡ ਮੁਸਲਮਾਨਸ, ਬਿਕਾਜ਼ ਉਹ UK ਗਵਰਨਮੈਂਟ ਨੇ ਸੈੱਟ ਕੀਤਾ ਸੀ ਕਿ ਇੱਥੇ ਸਿੱਖ ਤੇ ਮੁਸਲਮਾਨਾਂ ਦਾ ਇੰਨਾ ਕਲੇਸ਼ ਕਾਤੇ ਆ। ਐਂਡ ਉੱਥੇ ਅਸੀਂ ਹਫ਼ਤਾ ਡਿਬੇਟ ਸਾਡੀ ਚੱਲੀ ਸੀ। ਉਹ 21 ਜਾਣੇ ਸੀਗੇ, ਅਸੀਂ 9 ਜਾਣੇ ਸੀਗੇ ਜਿਹੜੇ ਆਪਣੇ ਕੌਮਾਂ ਨੂੰ ਰਿਪਰੈਜ਼ੈਂਟ ਕਰਦੇ ਹਨ। ਐਂਡ ਬਾਅਦ 'ਚ ਜਦੋਂ ਸਾਡੀਆਂ ਗੱਲਾਂ ਹੁੰਦੀਆਂ ਸੀ, ਕਿ ਮੈਂ ਸੋਚਦਾ ਸੀ ਕਿ ਇਕੱਲੇ ਸੁਨੀ ਤੇ ਸ਼ੀਆ ਆ, ਹੈ ਨਾ, ਇਹਨਾਂ ਦਾ ਇੱਕ ਦੂਜੇ ਨਾਲ ਵੱਜਦੀ ਆ। ਜਦੋਂ ਮੈਂ ਉਹਨਾਂ ਨਾਲ ਗੱਲ ਕਰਦਾ ਸੀ, ਉਹਨਾਂ ਨੇ ਮੈਨੂੰ ਕਿਹਾ ਨਹੀਂ, ਅਸੀਂ 55 ਡਿਫਰੈਂਟ ਸੈਕਟਸ ਆ, ਅਸੀਂ ਸਾਰੇ ਇੱਕ ਦੂਜੇ ਨੂੰ ਮਾਰ ਰਹੇ ਹਾਂ ਇਨ ਟਰਮਸ ਆਫ ਇਸਲਾਮ, ਹੈ ਨਾ। ਐਂਡ ਮੈਂ ਕਾਫੀ ਸ਼ੌਕਡ ਸੀਗਾ। ਮੈਂ ਕਿਹਾ ਫੇਰ ਵੀ ਮਹਾਰਾਜ ਧੰਨ ਅਸੀਂ ਤਾਂ ਸ਼ਾਇਦ 3-4 ਜਥੇਬੰਦੀਆਂ ਆਈਆਂ, ਪਰ ਅਸੀਂ ਕੋਈ ਇੱਕ ਦੂਜੇ ਨੂੰ ਮਾਰ ਨਹੀਂ ਰਿਹਾ, ਹੈ ਨਾ। ਐਂਡ ਉਹਨੇ ਮੈਨੂੰ ਇੱਕ ਬਹੁਤ ਇੰਪੋਰਟੈਂਟ ਗੱਲ ਕਹੀ। ਉਹ ਕਹਿੰਦਾ ਤੁਸੀਂ 500 ਸਾਲ ਪੁਰਾਣੇ ਆ, ਅਸੀਂ ਤਾਂ 2000 ਸਾਲ ਪੁਰਾਣੇ ਆ, ਤੁਸੀਂ ਤਾਂ 2000 ਸਾਲਾਂ 'ਚ ਕਿੱਥੇ ਹੋਣਾ। ਸੋ ਇਹ ਸਾਡੀ ਜ਼ਿੰਮੇਵਾਰੀ ਆ, ਹੈ ਨਾ, ਕਿ ਅਸੀਂ ਪੰਥ ਨੂੰ ਇਕੱਠੇ ਰੱਖਣਾ। ਐਂਡ ਇਹ ਪ੍ਰਚਾਰਕਾਂ ਤੇ ਹੁੰਦਾ, ਅਸੀਂ ਇਹ ਨਹੀਂ ਕਹਿ ਸਕਦੇ ਇਕੱਲੇ ਬਾਬਾਵਾਦ ਆ ਜਾਂ ਹੋ ਰਿਹਾ, ਬਿਕਾਜ਼ ਅਲਟੀਮੇਟਲੀ ਭਾਵੇਂ ਮਿਸ਼ਨਰੀ ਹੋਵੇ ਜਾਂ ਬਾਬਾਵਾਦ, ਇਸ ਨੂੰ ਡਿਵਾਈਡ ਕਰਨ ਲਈ ਤੁਹਾਨੂੰ ਦੋ ਹੀ ਪਾਸਿਓਂ ਡਿਵਾਈਸਿਵ ਵਿਚਾਰ ਚਾਹੀਦੀ ਆ, ਹੈ ਨਾ। ਜੇ ਦੋ ਹੀ ਪਾਸਿਓਂ ਡਿਵਾਈਸਿਵ ਵਿਚਾਰ ਹੁੰਦੀਆਂ ਤਾਂ ਹੀ ਉੱਥੇ ਕਲੇਸ਼ ਹੁੰਦਾ ਹੈ। ਸੋ ਵੀ ਹੈਵ ਟੂ ਰੀਅਲਾਈਜ਼ ਕਿ ਰਿਸਪੌਂਸਿਬਿਲਿਟੀ ਸਾਰੇ ਪਾਸੇ ਆ। ਐਂਡ ਸਾਡਾ ਜਿਹੜਾ ਕੌਮ ਆ, ਵੋ ਆਈਵ ਸੀਨ ਮੋਰ ਇਨ ਕੈਨੇਡਾ ਐਂਡ ਅਦਰ ਕੰਟਰੀਜ਼, ਹੈ ਨਾ, ਉਹ ਫੇਰ ਵੀ ਜਦੋਂ ਜ਼ਿਆਦਾ ਹੀ ਗੱਲ ਵਧੀ ਜਾਂਦੀ ਹੈ, ਉਹ ਇਕੱਠੇ ਹੋ ਜਾਂਦੇ ਆ, ਕਹਿੰਦੇ ਨਹੀਂ ਆਹ ਹੁਣ ਟੂ ਮਚ ਹੋ ਗਿਆ, ਅਸੀਂ ਹੁਣ ਜਿਹੜੇ ਇੱਦਾਂ ਦੇ ਪ੍ਰਚਾਰਕ ਆ ਹੁਣ ਇੱਥੇ ਬੁਲਾਉਣੇ ਨਹੀਂ ਚਾਹੀਦੇ।
ਹੈ ਨਾ। ਐਂਡ ਫਿਰ ਪ੍ਰਚਾਰਕਾਂ ਨੂੰ ਵੀ ਮੈਸੇਜ ਮਿਲ ਜਾਂਦਾ ਆ ਕਿ ਜਿਹੜੀ ਉਹਨਾਂ ਦੀ ਪੋਪੂਲੈਰਿਟੀ ਆ ਉਹ ਇਸ ਚੀਜ਼ ਤੇ ਨਹੀਂ ਹੋਣੀ ਚਾਹੀਦੀ ਕਿ ਉਹ ਕਿੰਨਾ ਜ਼ਿਆਦਾ ਕਲੇਸ਼ ਵਧਾ ਸਕਦੇ ਆ। ਉਹਨਾਂ ਦੇ ਪ੍ਰਚਾਰਕਾਂ ਦੀ ਪੋਪੂਲੈਰਿਟੀ ਹੋਣੀ ਚਾਹੀਦੀ ਆ ਕਿ ਕਿੰਨਾ ਉਹ ਗੁਰੂ ਨਾਲ ਜੋੜ ਸਕਦੇ ਆ। ਐਂਡ ਇਹ ਫਿਰ ਸਾਡੇ ਤੇ ਆ ਕਿ ਅਸੀਂ ਐਂਡ ਆਫ ਦ ਡੇ ਸਾਡੇ ਗੁਰਦੁਆਰੇ ਸਾਡੇ ਜਥੇਬੰਦੀਆਂ ਉਹਨਾਂ ਨੂੰ ਪਲੇਟਫਾਰਮ ਦੇ ਰਹੇ ਆ। ਐਂਡ ਉਹਨਾਂ ਨੂੰ ਇੱਕ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਆ ਕਿ ਬੇਸਿਕਲੀ ਸਾਨੂੰ ਯੂਕੇ ਐਜ਼ ਅ ਕਮਿਊਨਿਟੀ ਸੋਚਣਾ ਚਾਹੀਦਾ ਆ ਕਿ ਅਸੀਂ ਕਿੱਦਾਂ ਦੇ ਬੰਦੇ। ਐਂਡ ਇਹ ਹੋਇਆ ਵੀ ਆ ਸਾਡੇ ਇਤਿਹਾਸ ਦੇ ਵਿੱਚ ਇੰਗਲੈਂਡ ਦੀ ਸੰਗਤਾਂ। ਮੈਨੂੰ ਯਾਦ ਆ ਬੀਨ ਟੂ ਕਾਨਫਰੰਸਿਸ ਜਦੋਂ ਇਕੱਠੇ ਹੋ ਕੇ ਗੁਰਸਿੱਖਾਂ ਨੇ ਕਿਹਾ ਕਿ ਆਹ ਬੰਦੇ ਜ਼ਿਆਦਾ ਕਲੇਸ਼ ਪਾ ਰਹੇ ਆਹ ਬੰਦੇ ਜ਼ਿਆਦਾ ਕਲੇਸ਼ ਪਾ ਰਹੇ ਆ, ਇਹਨਾਂ ਨੂੰ ਅਸੀਂ ਘਟਾਈ ਗਏ ਤੇ ਆਪਾਂ ਇਕੱਠੇ ਹੋਈ ਗਏ। ਬਿਕਾਜ਼ ਅਲਟੀਮੇਟਲੀ ਜਿਹੜੀ ਹੁਣ ਮੈਂ ਇੱਕ ਪ੍ਰਚਾਰਕ ਆ, ਮੈਨੂੰ ਟੋਰਾਂਟੋ ਇੱਕ ਵਾਰੀ ਟੈਲੀ ਤੇ ਇੰਟਰਵਿਊ ਕੀਤਾ ਸੀ। ਇਹ ਹੁਣ ਕਈ ਸਾਲ ਪਹਿਲਾਂ ਦੀ ਗੱਲ ਆ। ਉੱਥੇ ਕਾਫੀ ਕਲੇਸ਼ ਚੱਲਦਾ ਸੀ ਉਦੋਂ ਇੱਕ ਸੰਪਰਦਾ ਤੇ ਮਿਸ਼ਨਰੀ ਵਾਲਿਆਂ ਦਾ। ਉਹ ਦੋ ਹੀ ਪ੍ਰਚਾਰਕ ਉੱਥੇ ਟੋਰਾਂਟੋ 'ਚ ਆਏ ਸੀਗੇ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਜਗਜੀਤ ਸਿੰਘ ਤੂੰ ਕਿਹਦੇ ਨਾਲ ਆ, ਹਨਾ। ਅਤੇ ਮੈਂ ਉਹਨਾਂ ਨੂੰ ਇਹੀ ਜਵਾਬ ਦਿੱਤਾ ਕਿ ਮੈਂ ਕਿਹੜੀ ਮੇਰੀ ਸੋਚਣੀ ਆ, ਮੈਂ ਬਾਹਰਲਾ ਜੰਪਲ ਨੌਜਵਾਨ ਆ, ਮੈਨੂੰ ਆ ਦੋ ਹੀ ਕਲੇਸ਼ਾਂ ਨਾਲ ਕੋਈ ਆਈ ਡੋਂਟ ਕੇਅਰ, ਹਨਾ। ਮੈਨੂੰ ਇਹ ਆ ਕਿ ਸਾਡੇ ਜ਼ਿਆਦਾ ਨੌਜਵਾਨ ਨਾਈਟ ਕਲੱਬਾਂ ਨੂੰ ਜਾਂਦੇ ਆ ਗੁਰਦੁਆਰੇ ਜਾਣ ਨਾਲੋਂ। ਇਹ ਮੇਰੇ ਲਈ ਇਹ ਜ਼ਿਆਦਾ ਵੱਡੀ ਪ੍ਰੋਬਲਮ ਆ। ਜੇ ਮੈਂ ਸੀਕ ਪੈਰੈਂਟਿੰਗ ਕੋਰਸ ਕਰਦਾ ਆ ਅਰਾਊਂਡ ਦ ਵਰਲਡ ਬਿਕਾਜ਼ ਆਈ ਰੈਕਗਨਾਈਜ਼ ਕਿ ਸਾਨੂੰ ਜਿਹੜਾ ਫੈਮਿਲੀ, ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਆ, ਵੀ ਨੀਡ ਟੂ ਗੈਟ ਦ ਫੈਮਿਲੀ ਸੈਟਿੰਗ ਰਾਈਟ, ਹੈ ਨਾ। ਸੋ ਗੱਲ ਇਹ ਆ ਕਿ ਜਦੋਂ ਅਸੀਂ ਇਹ ਪ੍ਰਚਾਰਕਾਂ ਨੂੰ ਜਾਂ ਜਿਹੜੇ ਗਲਤ ਮੈਸੇਜਾਂ ਨੂੰ, ਡਿਵਾਈਸਿਵ ਮੈਸੇਜਾਂ ਨੂੰ ਹਾਈਲਾਈਟ ਕਰਦੇ ਰਹਿੰਦੇ ਆ ਸੋਸ਼ਲ ਮੀਡੀਆ ਤੇ, ਉਹਨਾਂ ਦੇ ਕਲਿੱਪ ਲਾਈ ਜਾਂਦੇ ਰਹਿੰਦੇ ਆ, ਫਿਰ ਬਾਅਦ ਦਿਖਾਉਂਦੇ ਇੱਥੇ ਆ ਹੋ ਰਿਹਾ। ਵੀ ਆਰ ਐਕਚੁਅਲੀ ਡਿਸਟਰੈਕਟਿੰਗ ਸਾਡੀ ਕਮਿਊਨਿਟੀ ਫਰਮ ਦ ਐਕਚੁਅਲ ਜਿਹੜੇ ਕੰਮ ਕਰਨ ਵਾਲੇ ਆ ਸਾਡੀ ਕਮਿਊਨਿਟੀ ਦੇ ਵਿੱਚ। ਸਾਡੀ ਕਮਿਊਨਿਟੀ ਦੀ ਪ੍ਰੋਬਲਮ ਇਹ ਆ ਕਿਉਂਕਿ ਇਹ ਦੋ ਗੱਲਾਂ ਜੁੜ ਗਈਆਂ। ਇੱਕ ਤਾਂ ਸੋਸ਼ਲ ਮੀਡੀਆ ਤੇ ਜੋ ਇਹ ਸਿਚੁਏਸ਼ਨ ਹੁੰਦੇ ਆ, ਪਰ ਜੇ I think we've got what we call cancel culture. ਇਹ ਸਿਰਫ ਸਾਡੇ 'ਚ ਨਹੀਂ ਹੈਗਾ, ਇਹ ਗੋਰਿਆਂ 'ਚ ਵੀ ਹੈਗਾ, ਯੂਨੀਵਰਸਿਟੀਆਂ ਦੇ ਵਿੱਚ ਵੀ ਹੈਗਾ। ਜੇ ਕਿਸੇ ਨੂੰ ਉਹ ਚੰਗਾ ਨਹੀਂ ਲੱਗਦਾ ਬੁਲਾਣਾ, ਉੱਥੇ ਪ੍ਰੋਟੈਸਟ ਕਰਦੇ ਮੈਨੂੰ ਬੰਦ ਕਰੋ। The problem with the cancel culture is ਤਾਂ ਉਹ ਸਾਰੀ ਪਾਸੇ ਫਿਰ ਕੈਂਸਲੇਸ਼ਨ ਹੋਈ ਜਾਂਦੀ ਆ। ਇੱਕ ਦੂਜੇ ਨੂੰ ਆਪਾਂ ਕੈਂਸਲ ਕਰੀ ਜਾਓਗੇ ਤਾਂ ਸੰਗਤਾਂ ਵੀ ਫਿਰ ਬੰਦ ਹੋ ਜਾਂਦੀਆਂ ਜ਼ਿਆਦੀਆਂ, ਕਿਉਂਕਿ ਸਾਈਡਸ ਲੈਣ ਲੱਗ ਪੈਂਦੇ ਆ। ਤੇ ਕਈ ਵਾਰੀ ਇਹ ਕਿਹਾ ਜਾਂਦਾ ਵੀ ਸਾਨੂੰ ਮੰਚ ਬਣਾਉਣੇ ਚਾਹੀਦੇ। ਕੁਲਦੀਪ ਤੁਸੀਂ ਵੀ ਆ ਸਕਦੇ, we should create platforms where those differences can be debated, discussed, ਸੰਵਾਦ ਕਰਕੇ ਤਾਂ come to some kind of conclusion ਤੇ ਆ ਸਕਦੇ ਹਾਂ। It seems like we've lost that kind of teaching that the gurus gave us. ਤੁਸੀਂ ਸੰਵਾਦ ਕਰੋ। What do you say about that? In terms of myself, what I would say ਹੈ ਨਾ, ਜਦੋਂ ਮੈਂ ਸਿੱਖੀ 'ਚ ਆਇਆ ਸੀਗਾ now 30 years ago, ਮੈਨੂੰ ਲੱਗਦਾ ਮੈਨੂੰ ਹੱਥ ਦੇ ਵਿੱਚ ਗਿਣ ਸਕਦਾ ਮੈਂ ਵੀ 4-5 ਇਸ਼ੂ ਸੀਗੇ ਜਿਹੜੇ ਸਾਡੇ ਪੰਥ ਨੂੰ ਡਿਵਾਈਡ ਕਰਦੇ ਆ। ਹੁਣ ਇਸ ਟਾਈਮ ਦੇ ਵਿੱਚ ਮੈਨੂੰ ਲੱਗਦਾ 10-12 ਆ। ਸੋ ਮੇਰੀ ਲਾਈਫ ਟਾਈਮ ਦੇ ਵਿੱਚ ਉਹ ਡਬਲ ਹੋ ਗਏ ਆ, ਹੈਨਾ। ਐਂਡ ਸੋ ਜੇ ਆਪਾਂ ਇੱਦਾਂ ਕੈਰੀ ਔਨ ਕਰੀ ਜਾਓਗੇ ਇਟਸ ਐਨ ਇਸ਼ੂ। ਸੋ ਸਾਨੂੰ ਸਮਾਂ ਤੇ ਐਜ਼ ਗਰੁੱਪਸ ਜੇ ਉਹਨਾਂ ਦੇ ਕੋਈ ਡਿਵੀਜ਼ਨ ਵੀ ਹੈਗੀ ਆ, ਸਾਡੇ ਕੋਲ ਇੱਕ ਪ੍ਰੋਸੈਸ ਹੋਣਾ ਚਾਹੀਦਾ ਆ ਕਿ ਅਸੀਂ ਕਹੀ ਕਿ ਆਪਾਂ ਬੈਠ ਕੇ ਆਪਾਂ ਗੁਰਮੁਖ ਤੌਰ ਤੇ ਤੁਸੀਂ ਬੈਠ ਕੇ ਆਪਣੀ ਵਿਚਾਰ ਰੱਖੋ, ਹਨਾ। ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਦੀ ਸੈਟਿੰਗ ਹੋਣੀ ਚਾਹੀਦੀ ਆ। ਜੇ ਅਸੀਂ ਉੱਥੇ ਨਹੀਂ ਆ ਤਾਂ ਇੱਥੇ ਜ਼ਿਆਦਾ ਯੂਕੇ ਵਾਈਡ ਮਸਲਾ ਆ ਤੇ ਇੱਥੇ ਹੋਣੀ ਚਾਹੀਦੀ ਆ। ਵੀ ਸ਼ੁੱਡ ਹੈਵ ਦੈਟ ਸਟਰੈਂਥ ਐਜ਼ ਅ ਕਮਿਊਨਿਟੀ। ਐਂਡ ਆਪਣੇ ਕੋਲ ਇੱਦਾਂ ਦੀ ਇਨਫਰਾਸਟਰਕਚਰ ਬਣਾਉਣ ਦੀ ਲੋੜ ਆ ਜਿੱਥੇ ਆਪਾਂ ਇਹ ਕਰ ਸਕਦੇ ਹਾਂ। ਬਿਕਾਜ਼ ਐਕਚੁਅਲੀ ਜੇ ਤੁਸੀਂ ਦੇਖੋ ਨਾ, ਜਿਹੜੇ ਐਵਰੀ ਗਰੁੱਪ ਦੇ ਵਿੱਚ ਸਿਆਣੇ ਬੰਦੇ ਹੈਗੇ ਆ, ਐਵਰੀ ਗਰੁੱਪ ਦੇ ਵਿੱਚ ਐਵਰੀ ਏਜ ਕੈਟੇਗਰੀ 'ਚ ਵੀ ਸਿਆਣੇ ਬੰਦੇ ਹੈਗੇ ਆ, ਅਤੇ ਇੰਨਾ ਡਿਫਿਕਲਟ ਨਹੀਂ ਹੈਗਾ। ਸਾਨੂੰ ਪਤਾ ਹੈ ਸਾਡੀ ਜਿਹੜੀ ਜਨਰੇਸ਼ਨਾਂ ਦੇ ਵਿੱਚ ਜੇ ਕੋਈ ਮਸਲਾ ਹੁੰਦਾ ਆ, ਅਸੀਂ ਤਾਂ ਕਈ ਵਾਰੀ 1-2 ਫੋਨ ਕਾਲਾਂ ਦੇ ਨਾਲ ਇੱਕ ਹੋਰ ਗਰੁੱਪਾਂ ਦੇ ਮੁੰਡਿਆਂ ਨਾਲ ਗੱਲ ਕਰਕੇ ਕਈ ਵਾਰੀ ਨਜਿੱਠ ਲਈਦੀ ਆ ਅਤੇ ਫਿਨਿਸ਼ ਹੋ ਜਾਂਦੀ ਆ। ਬਿਕਾਜ਼ ਇਹ ਸਿਆਣਪ ਹੋਣੀ ਚਾਹੀਦੀ ਆ ਸਾਡੇ ਵਿੱਚ। ਪਰ ਅਲਟੀਮੇਟਲੀ ਇਹ ਚੀਜ਼ਾਂ ਜਦੋਂ ਸੋਸ਼ਲ ਮੀਡੀਆ 'ਚ ਜਾ ਦਿੰਦੇ ਆ, they get glamorized, they get in terms of sensationalized and everything else. And ਉਹ ਤੋਂ ਪਹਿਲਾਂ we should be actually putting statements out. Actually ਤੁਸੀਂ ਕੋਈ ਚੀਜ਼ ਲਾਉਣ ਦੀ ਲੋੜ ਹੀ ਨਹੀਂ ਹੈਗੀ। ਅਸੀਂ ਯੂਕੇ ਸੰਗਤ ਅਸੀਂ ਇਕੱਠੇ ਹੋ ਕੇ ਆਪ ਹੀ ਇਸ ਚੀਜ਼ ਦਾ ਡਿਬੇਟ ਕਰਕੇ ਅਸੀਂ ਆਪ ਹੀ 2-3 ਹਫ਼ਤੇ ਦੇ ਵਿੱਚ ਇਹਦਾ ਹੱਲ ਲੱਭ ਲੂੰਗੇ। ਹਾਂਜੀ, ਡਿਸਐਗਰੀ ਅਪਸੈਟ ਹੋ ਜਾਂਦੇ ਕਿਸੇ ਚੀਜ਼ ਤੋਂ, ਜਿੱਦਾਂ ਫੋਰ ਐਗਜ਼ਾਮਪਲ ਖਾਲਿਸਤਾਨ ਕਹਿ ਦੋ, ਕਈ ਲੋਕ ਮੰਨਦੇ ਕਈ ਨਹੀਂ ਮੰਨਦੇ, ਤੇ ਜਦੋਂ ਆਪਾਂ ਡਿਸਐਗਰੀ ਕਰ ਲੈਂਦੇ ਇਸ ਸਬਜੈਕਟ ਤੇ ਤਾਂ ਆਪਾਂ ਇਹ ਕਿਉਂ ਅਪਸੈਟ ਇੰਨਾ ਹੋ ਜਾਂਦੇ ਆ, ਦੂਜੀ ਪਾਰਟੀ ਕਿਉਂ ਇੰਨਾ ਅਪਸੈਟ ਹੋ ਜਾਂਦੇ ਜਿਹੜੇ ਬਿਲੀਵ ਕਰਦੇ ਆ। ਜਾਂ ਇਦਾਂ ਵੀ ਆਪਾਂ ਕਈ ਵਾਰੀ ਜਿਹੜੇ ਨਹੀਂ ਖਾਲਸਾ ਉਹਨਾਂ ਨੂੰ ਗਦਾਰ ਕਰਨੇ ਆ, ਉਹ ਸਰਕਾਰੀ ਜਾਨੀ ਕਿ ਮੈਂ ਨਹੀਂ ਹੋ ਸਕਦਾ ਮਿਡਲ ਗਰਾਊਂਡ ਕਿਉਂ ਨਹੀਂ ਲੱਭਦੇ ਅਸੀਂ, ਜਿੱਦਾਂ ਨੂੰ ਸਾਂਝ ਕਰ ਸਕਦੇ ਆ। ਉਹ ਸਰਕਾਰੀ ਹੋ ਵੀ ਸਕਦੇ ਆ, ਐਸੀ ਗੱਲ ਨਹੀਂ।
ਪਰ ਸਾਨੂੰ ਪਤਾ ਹੈ ਵੀ ਸਾਰੀ ਕੌਮ ਨਹੀਂ ਖਾਲਿਸਤਾਨ ਨੂੰ ਮੰਨਦੀ, ਸ਼ਾਇਦ ਭਾਰਤ ਦੇ ਵਿੱਚ ਘੱਟ ਵੱਲੋਂ। ਦੱਸੋ ਕੀ ਗੱਲ ਆ, ਜਿਹੜੀ ਗੱਲ ਹੈਗੀ ਆ ਬਈ ਜਿਹੜੀ ਪੋਲੀਟੀਕਲ ਡਿਬੇਟ ਆ ਹਨਾ, there's nothing wrong with that, ਕੋਈ ਇਹਦੇ ਵਿੱਚ ਕੋਈ ਦਰਜ ਨਹੀਂ ਹੈਗੀ। ਜਦ ਪ੍ਰੋਬਲਮ ਇਹ ਆ ਅਸੀਂ ਉਹ ਜਿਹੜੀ ਡਿਬੇਟ ਨਾ ਅਸੀਂ ਗੁਰੂ ਘਰ ਵਿੱਚ ਹੀ ਰੱਖਦੇ ਹਾਂ। ਮੈਂ ਆਵ ਸਪੈਂਡ ਮਾਈ ਲਾਈਫ ਨਾ ਲੋਕਾਂ ਨੂੰ, ਆਪਣੇ ਭਰਾਵਾਂ ਨੂੰ, ਵੀਰਾਂ ਨੂੰ, ਵੀ ਤੁਸੀਂ ਜਿਹੜੀ ਇੱਥੇ ਦੀ ਜਿਹੜੀ ਇਸ ਮੁਲਕ ਦੀ ਪੋਲੀਟੀਕਲ ਲਾਈਫ ਹੈ ਨਾ, ਉਹਦੇ ਵਿੱਚ ਹਾਜ਼ਰ ਹੋ, ਆਪਣਾ ਕੇਸ ਪੁੱਟ ਫੋਰਵਰਡ ਕਰੋ। ਤੇ ਜਿਹੜੀ ਗੱਲ ਹੈਗੀ ਹੈ ਦੂਜੀ, ਤੁਸੀਂ ਬਿਫੋਰ you raised the issue, that particular issue, them issues ਬਹੁਤ ਹੈ। It's just not just around Khalistan, there's issues around ਵੀ ਅਸੀਂ ਆਪਣੇ ਬੱਚਿਆਂ ਦੇ ਐਜੂਕੇਸ਼ਨ ਕਿੱਦਾਂ ਕਰਨਾ, ਅਸੀਂ ਉਹਨਾਂ ਨੂੰ ਜਿਹੜੇ ਸੇਫ ਗਾਰਡਿੰਗ ਉਹਨਾਂ ਨੂੰ ਕਿੱਦਾਂ ਕਰਨਾ ਆ। they're getting groomed left, right and center, you know, ਕਈ ਲੋਕ ਸਿਰਫ grooming ਦੀ ਗੱਲ ਕਰਦੇ ਆ ਵੀ it's a particular community. It's not. There's a lot of Christian people that are grooming our children as well. There's a lot of other people that don't believe in any faith. Because we focus on these issues, we say, I of these are the big not necessarily that. What I'm saying is that ਜਿਹੜਾ ਗੁਰੂ ਘਰ ਆ, ever since ਜਦੋਂ ਅਸੀਂ ਸਾਰੀ ਉਮਰ ਆਪਣੀ ਇੱਥੇ ਇਸ ਮੁਲਕ ਵਿੱਚ ਇੱਥੇ ਜੰਮੇ ਪਲੇ ਆ, ਸਮਝ ਲਓ almost, they have originally ਉਹ ਪੰਜਾਬੀ and ਜਿਹੜੀ traditional ਚੀਜ਼ਾਂ ਸਿਖਾਉਂਦੇ ਹੁੰਦੇ ਸੀਗੇ, and if you look at most guru ਘars, they're now mainly about births, deaths, marriages, and ਖੰਡ-ਪਾਠs and ਸਹਿਜ ਪਾਠs, ਜਿਹੜੀ ਗੱਲ ਹੈਗੀ ਆ ਹਨਾ ਵੀ unless ਜਿਹੜੇ ਸਾਡੇ institutions ਆ ਹਨਾ, they reinvent themselves to enable the prachar, to enable the education, then in itself, when ਜਿਹੜੀ conflict resolution ਦੀ ਗੱਲ ਆ ਜਾਂਦੀ ਆ, but in that education process, you've got a very difficult job, ਤੁਸੀਂ ਪ੍ਰਧਾਨ ਆ, right? If you turn one way, somebody will say to you, like you get it from both sides. And let's say, for example, koi kathawaachak aunda hai, you book them in, and somebody says, "Pata hai Khalistan da supporter nahi hai." What do you think? How do you deal with that? How do you deal with that? Even if he's a brilliant kathawaachak. No, so ਮੈਂ ਸੋਚ ਰਿਹਾ ਸੀਗਾ when you were like talking about this kind of stuff, ਇੱਕ ਤਾਂ ਜਦੋਂ ਨਾ ਨਿੰਦਿਆ ਕਰਦੇ ਗੁਰੂ ਸਾਹਿਬ ਦੀ, ਜਿਹੜੇ ਨਹੀਂ ਸ਼ੰਕਾ ਪਾਉਂਦੇ ਆ ਸੰਗਤਾਂ ਦੇ ਮਨਾਂ ਵਿੱਚ, so every ਗੁਰਦੁਆਰਾ ਸਾਹਿਬ, I think if you've got a stage there, ਉਹਦੀ ਕੋਈ ਰਿਸਪੈਕਟ ਹੁੰਦੀ ਆ। ਸੋ ਇਫ ਜੇ ਕੋਈ ਸ਼ੰਕਾ ਕ੍ਰੀਏਟ ਕਰਦਾ, ਜਿੱਦਾਂ ਕਈ ਹੈਗੇ ਆ ਪ੍ਰਚਾਰਕ ਜਿਹੜੇ ਉੱਥੇ ਫਿਰ ਕੰਟਰੋਵਰਸੀ ਕ੍ਰੀਏਟ ਹੋ ਜਾਂਦੀ, ਉੱਥੇ ਫਿਰ ਆਰਗੂਮੈਂਟਾਂ ਵੀ ਹੁੰਦੀਆਂ। ਸੋ ਉਦੋਂ ਬੈਟਰ ਆ ਕਿ ਜੇ ਲੱਗਦਾ ਵੀ ਇਸ ਪ੍ਰਚਾਰਕ ਨੇ ਆ ਕੇ ਇੱਥੇ ਕੰਟਰੋਵਰਸੀ ਕ੍ਰੀਏਟ ਕਰਨੀ ਆ, ਕਿ ਨਿੰਦਿਆ ਕਰਨੀ ਆ ਮਹਾਰਾਜ ਦੀ, ਗੁਰੂ ਸਾਹਿਬ ਦੀ ਜਾਂ ਆਪਣੀ ਮਰਿਆਦਾ ਦੀ, ਤਾਂ ਉਦੋਂ ਬੈਟਰ ਆ ਕਿ ਉਹਨੂੰ ਨਾ ਟਾਈਮ ਦਿੱਤਾ ਜਾਏ। ਹਾਂ, ਇਹ ਹੋ ਜਾਂਦਾ ਵੀ ਕਿ ਕਈ ਵਾਰੀ ਕੀ ਹੁੰਦਾ ਕਿ ਕਿਤੇ ਜਾ ਕੇ ਜਿੱਥੇ ਨਹੀਂ ਗਲਤ ਜਗ੍ਹਾ ਹੁੰਦੀ ਹੈ, ਜਿੱਥੇ ਨਹੀਂ ਜਾਣਾ ਚਾਹੀਦਾ ਪ੍ਰਚਾਰਕਾਂ ਨੂੰ, ਉੱਥੇ ਜਾ ਕੇ ਗੀਤ ਗਾਏ ਹੁੰਦੇ ਸਮਥਿੰਗ, ਉਹ ਆ ਜਾਂਦਾ, ਫਿਰ ਕਈ ਵਾਰੀ ਉਹ ਵੀ ਗਾਂ ਬਲੌਕ ਹੋ ਜਾਂਦੇ ਆ, ਬਹੁਤ ਕੁਛ ਹੋ ਜਾਂਦਾ। ਪਰ ਮੈਂ ਤੁਹਾਡੀ ਗੱਲ ਪ੍ਰਚਾਰਕ ਮੀਟ ਖਾਂਦਾ ਆ, ਉਹ ਮੀਟ ਦਾ ਪ੍ਰਚਾਰ ਕਰਦਾ, ਕਹਿੰਦਾ ਸਿੱਖ ਰਹਿਤ ਮਰਿਆਦਾ ਵਿੱਚ ਝਟਕੇ ਦਾ, ਉਹਦੀ ਗਲਤ ਹੋ ਰਿਹਾ। we don't know, so ਕਹਿੰਦਾ ਮੈਂ ਪੰਥ ਪ੍ਰਵਾਨ ਸਿੱਖ so no sorry, ਜਿਹੜੀ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਜਿਹੜੀ ਸੋਚ ਆ, ਜਿਹੜੀ ਮਰਿਆਦਾ ਵਾ, ਉਹ ਜਿਹੜੇ ਰੂਟਸ ਆ, ਉਹ ਤੋਂ ਅਸੀਂ ਡੀਵੀਏਟ ਨਹੀਂ ਕਰਦੇ, ਉਹ ਜਾਣੀ ਪਹਿਲਾਂ ਤੋਂ ਹੀ ਸਟਰੋਂਗ ਆ। ਸੋ ਜੇ ਅਸੀਂ ਆਪ ਹੀ ਕੱਚੇ ਆ, ਸਕਦੇ ਆ, ਉਹ ਸੋ ਉਹ ਜਿਹੜੀ ਚੀਜ਼ ਆ ਨਾ, ਜਾਣੀ ਇਹਦੇ ਤੇ ਵੀ ਮੈਂ ਸੋਚ ਰਿਹਾ ਸੀਗਾ ਜਦੋਂ ਆਪਾਂ ਗੱਲ ਕਰਦੇ ਸੀਗੇ ਵੀ ਇਹ ਸਟੇਟਾਂ ਦੀ, ਹੋਰ ਕੰਟਰੀਜ਼ ਦੀ, ਪਰ ਜਿੱਦਾਂ ਕਈ ਗੁਰਦੁਆਰਾ ਸਾਹਿਬ ਦਾ ਆਊਟ ਆਫ ਸਟੇਟ ਜਿਹੜੇ ਗੁਰਦੁਆਰਾ ਸਾਹਿਬ ਦਾ, ਹੁਣ ਜਿੱਦਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਹੋਰ ਹੋ ਸਕਦੀ ਆ, ਅਕਾਲ ਤਖਤ ਸਾਹਿਬ ਦੀ ਹੋਰ ਹੋ ਸਕਦੀ ਆ, ਹੋਰ ਸਟੇਟ 'ਚ ਜਿੱਦਾਂ ਹਜ਼ੂਰ ਸਾਹਿਬ ਦੀ ਮਰਿਆਦਾ ਹੋਰ ਹੋ ਸਕਦੀ ਆ। ਸੋ ਜਿਹੜੇ ਇਹ ਅਸਥਾਨ ਆ, ਇਹਨਾਂ ਨੂੰ ਆਪਾਂ ਰਿਸਪੈਕਟ ਕਰਦੇ ਹਾਂ,
ਜਿਹੜੀ ਉਹਨਾਂ ਦੀ ਮਰਿਆਦਾ ਆਪਾਂ ਆਈ ਥਿੰਕ 80s ਵੀ ਹੋਇਆ ਸੀਗਾ, ਸੰਤਾਂ ਨੇ ਵੀ ਇਦਾਂ ਨਹੀਂ ਸੀ ਕਿਸੇ ਤੇ ਉਦਾਂ ਥੋਪਿਆ ਨਹੀਂ ਸੀਗਾ ਵੀ, ਪਰ ਆਈ ਥਿੰਕ एवरीवन हैज देयर ओन पर्सनल ਲਾਈਨ ਐਂਡ ਆਈ ਥਿੰਕ ਦ ਗੁਰਦੁਆਰਾ ਸਾਹਿਬ ਹੈਜ਼ ਟੂ ਹੋਲਡ देयर ਲਾਈਨ ਐਜ਼ ਵੈਲ। ਮੈਂ ਥੋੜਾ ਜਿਹਾ ਪੁਆਇੰਟ ਤੇ ਆਉਣਾ ਚਾਹੁੰਦਾ ਜਿਹੜੀ ਤੁਸੀਂ ਗੱਲ ਕੀਤੀ ਸੀ ਹਨਾ, ਕਿ ਗੁਰਦੁਆਰਾ ਸਾਹਿਬ ਬਿਕਾਜ਼ ਵੀ ਹੈਵ ਟੂ ਸ਼ੋ ਰਿਸਪੈਕਟ, ਜਿਹੜੇ ਸਾਡੇ ਅਸਥਾਨਾਂ ਕਰਕੇ ਚਲਾਉਣੇ ਸੌਖੇ ਨਹੀਂਗੇ, ਯੂ ਨੋ ਆਈ ਡੋਨਟ ਵਾਂਟ ਟੂ ਕਾਈਂਡ ਆਫ ਗੈਟ ਕੰਟਰੋਵਰਸ਼ੀਅਲ, ਬਟ ਅਸੀਂ ਗੁਰਦੁਆਰਾ ਸਾਹਿਬ ਨੂੰ ਹੀ ਫੜ ਕੇ ਨਾ ਨਿੰਦੀ ਜਾਈਏ ਜਾਂ ਜਿਹੜੇ ਕੋਈ ਉੱਥੇ ਸੇਵਾ ਕਰਦੇ। ਹੁਣ ਅਸੀਂ ਕਹਿਤਾ ਜੀ ਉੱਥੇ ਅਖੰਡ ਪਾਠ ਸਾਹਿਬ ਹੀ ਹੁੰਦੇ, ਆਹ ਹੁੰਦਾ, ਇਹ ਮੈਨੂੰ ਇਹ ਲੱਗਦਾ ਅਸੀਂ ਉੱਥੇ ਜਾ ਰਹੇ ਹਾਂ ਵੀ ਇਹ ਬਿਜ਼ਨਸ ਆ। ਹਾਲਾਂਕਿ ਜੇ ਤੁਸੀਂ ਸਾਡਾ ਗੁਰਦੁਆਰਾ ਸਾਹਿਬ ਦੇਖੋ, ਸਾਡਾ ਗੁਰਦੁਆਰਾ ਸਾਹਿਬ ਜੇ ਦੇਖੋ, ਗੁਰੂ ਨਾਨਕ ਗੁਰਦੁਆਰਾ ਸਮੇਤ ਹੋਰ ਵੀ ਕਈ ਗੁਰਦੁਆਰੇ ਅਪ ਐਂਡ ਡਾਊਨ UK ਹੋ ਗਏ ਜਿੱਥੇ ਸਾਡੇ 650 ਬੱਚਾ ਆਲਮੋਸਟ ਪੰਜਾਬੀ ਸਕੂਲ 'ਚ, ਜਿੱਦਾਂ 3-4 ਦਿਨਾਂ 'ਚ ਸ਼ਾਇਦ ਕਲਾਸਾਂ ਪੂਰੀਆਂ ਹੁੰਦੀਆਂ। ਚਲੋ ਹੈ ਤਾਂ ਮਹਾਰਾਜ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਹੀ ਚੱਲਦਾ ਸਾਰਾ ਹਨਾ, ਪਰ ਸੈਲਫ ਡਿਫੈਂਸ ਕਲਾਸਿਸ ਟੂ ਮੇਕ ਅਸ ਮੈਂਟਲੀ ਸਟਰੋਂਗ ਐਂਡ ਫਿਜ਼ੀਕਲੀ ਸਟਰੋਂਗ, ਸੋ ਦੈਟ ਜਦੋਂ ਸਾਡੇ ਬੱਚੇ ਨੂੰ ਕੋਈ ਉਹ ਹੀ ਕਹਿੰਦਾ ਉਹ ਮੂਹਰੇ ਜਵਾਬ ਦੇ ਸਕੇ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਆ, ਕੱਲਾ ਗੁਰਦੁਆਰਾ ਸਾਹਿਬ ਜਾਂ ਪ੍ਰਬੰਧਕ ਕਮੇਟੀ ਨਹੀਂ ਇਹ ਕਰ ਸਕਦੀ। ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀ ਜੋ ਸਟਾਰਟ ਹੋਈ ਸੀ, ਪੰਥ ਕੀ ਆ, ਪੰਥ ਅਸੀਂ ਸਾਰੇ ਆ, ਕਿਸੇ ਹੋਰ ਤੇ ਬਲੇਮ ਕਰਨ ਦੀ ਬਜਾਏ ਆਪਾਂ ਸਾਰਿਆਂ ਨੂੰ ਇਹਦੇ ਚ ਪਾ ਕੇ ਵੀ ਹੈਵ ਗ੍ਰੇਟ ਡਿਫਿਕਲਟੀਜ਼, ਸਾਰਿਆਂ ਨੂੰ ਡਿਫਿਕਲਟੀਜ਼ ਹੁੰਦੀਆਂ, ਪ੍ਰਬੰਧ ਚਲਾਉਣ ਚ ਵੀ ਹੁੰਦੀਆਂ, ਸੇਵਾ ਕਰਨ ਚ ਵੀ ਹੁੰਦੀਆਂ, ਪਰ ਜਦੋਂ ਆਪਾਂ ਸਾਰੇ ਇਕੱਠੇ ਰਲ ਮਿਲ ਕੇ let me Jagjeet, I'm going to come to you with this one. ਹੁਣ ਆਪਣੇ one way to keep the panth together is to have some kind of authority apex institution, yeah? ਜਿੱਦਾਂ ਸਾਡੀ ਹੁਣ ਅਕਾਲ ਤਖਤ ਆ, ਜਥੇਦਾਰ ਅਕਾਲ ਤਖਤ ਆ, SGPC ਆ, even ਅਕਾਲੀ ਦਲ ਵੀ ਸੀਗਾ, ਪੰਥਕ ਸੀਗੀ ਉਹ ਪਾਰਟੀ, but it seems like ਉਹ ਜਿਹੜੀ ਸਾਰੀ ਹੀ institutional ਜਿਹੜੀ structure ਹੈਗਾ, ਉਹਦੀ ਅਥਾਰਟੀ ਕਾਫੀ ਹੱਦ ਤੱਕ ਹੁਣ ਖਤਮ ਹੋ ਗਈ ਆ, ਕੋਈ ਮੰਨਦਾ ਹੀ ਨਹੀਂ ਹੈਗਾ। So can we create unity without having some kind of overall authority, you know, like a Reta Maryada, that we all kind of say, this is our Panthak Maryada, this is our Jathedar of the Panth, or do we just have to find different ways to create unity? No, we definitely can have unity. What we have to understand ਹੈ ਨਾ ਕਿ ਜੇ ਆਪਾਂ ਦੇਖੀਏ ਜਿੱਦਾਂ ਤੁਸੀਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਇਹ ਇੰਸਟੀਟਿਊਸ਼ਨਸ ਹੈਗੀਆਂ ਆ, so let's say the Shiromani Committee is 125 years old, ਹੈ ਨਾ, ਜਿਹੜੇ ਲੋਕ ਜਿਨ੍ਹਾਂ ਨੇ ਉਹ ਚੀਜ਼ ਬਣਾਈ ਸੀਗੀ ਉਹ ਵੀ ਸੋਚਦੇ ਸੀਗੇ ਕਿ 100 ਸਾਲ ਬਾਅਦ ਇਹ ਤੋਂ ਕੋਈ ਬੈਟਰ ਚੀਜ਼ ਸਿੱਖਾਂ ਨੇ ਬਣਾ ਲੈਣੀ ਆ। And we have to realize ਕਿ ਜੇ ਤੁਸੀਂ ਇੱਕ ਸਟੇਟ ਆ ਜਿੱਦਾਂ ਪੰਜਾਬ ਆ and it's under siege, ਹੈ ਨਾ, that we have so much Sikhs living in the diaspora, ਉਹਨਾਂ ਦੀ ਉੱਥੇ ਕੋਈ ਆਵਾਜ਼ ਨਹੀਂ ਹੈਗੀ। This is why I support projects like the World Sikh Parliament and other projects like that, ਜਿੱਥੇ ਵਿੱਚ ਜਿਹੜੇ diaspora ਆ ਸਿੱਖਾਂ ਦੀ, we have a voice. So ਆਪਾਂ ਹੁਣ ਗੱਲ ਕਰਦੇ ਆ, let's say for example ਪਟਨਾ ਸਾਹਿਬ ਦੀ ਗੱਲ ਕਰਦੇ ਆ ਜਾਂ ਹਜ਼ੂਰ ਸਾਹਿਬ ਕਰਦੇ ਆ ਨਾ, so Patna Sahib, there's probably 300 Sikh families there. You have almost 100,000 Sikhs living in Vancouver. I know you probably got 200,000 living in Toronto. You've got 800,000 Sikhs living in UK. ਸਾਡੀ ਵੀ ਉਹ ਆਵਾਜ਼ ਹੋਣੀ ਚਾਹੀਦੀ ਆ। And so we have to now realize that as a qawm, we have to now create new infrastructure ਜਿਹਦੇ ਵਿੱਚ ਸਾਡੇ ਕੋਈ decision making process ਬਣਾ ਸਕਦੇ ਆ, ਹੈ ਨਾ। And so because ਸਾਡੀ ਜਿਹੜੀ ਕੌਮ ਆ ਉਹ ਵਧੀ ਜਾਂਦੀ ਆ, and ਜਿੱਥੇ ਉਹ ਵਧੀ ਜਾਂਦੀ ਆ, I personally do not want to trust the Sikhi that my children are going to inherit on just the Shiromani Committee or the people there. I don't trust them, and I don't think they have the vision that we need as a religion going forward. I think the talent in the diaspora or the jiri awaaj is vital to the future of our religion. And you would never have any other religion jiri kende ki kalli ek state in one country ohi sade sari religion de faisle kar sakdi hai. This doesn't happen. So we have to create new infrastructure. Tusi gal ਕੀਤੀ ਸੀ ਅਕਾਲੀ ਦਲ ਦੀ, ਸ਼੍ਰੋਮਣੀ ਕਮੇਟੀ ਦੀ ਜਾਂ ਹੋਰ ਤਖਤ ਸਾਹਿਬਾਨਾਂ ਦੀ, yeah, all of this needs readdressing by the panth. All of this needs readdressing because jera takht da jathedar da jera criteria area, it needs to be designed by the whole diaspora, not just the Shiromani Committee. The Shiromani Committee is not representative of the whole diaspora. It's only representing few people in Punjab and Delhi. It's not representing the rest of the Sikhs. So as time we have a dysfunctional relationship
with the decision making in our panth. So ਹੁਣ ਸਾਡੀ ਜ਼ਿੰਮੇਵਾਰੀ ਆ ਜਿੱਦਾਂ ਉਹ ਗੁਰਸਿੱਖ ਅੱਗੇ ਪੰਥ ਵਿੱਚ ਇਕੱਠੇ ਹੁੰਦੇ ਸੀਗੇ ਸਰਬਤ ਖਾਲਸੇ ਹੋਣੇ ਚਾਹੀਦੇ ਆ. And we, even as a UK, we should be having regularly quarterly meetings of all our decision makers, the best brains in our community, from the Gurdwara leaders to the Jathebandi leaders to the Pracharaks, etc., and creating common agendas. And so we can actually deal with it. The problem ਸਾਡੇ ਵਿੱਚ ਇਹ ਆ ਕਿ ਜਿਹੜੇ issue ਆਪਾਂ ਕਹੀ ਜਾਂਦੇ issue ਵਧੀ ਜਾਂਦੇ ਆ because we never take an issue off. We should be saying that that's it for the next 6 months. ਆਪਾਂ ਸਾਰਿਆਂ ਨੇ ਰਲ ਕੇ our issue tackle karna hai. Let's say it's safeguarding. Let's say it's grooming. Let's say it's something else. We can see कि साडा top priority किया. And then we should सारे रल के we need to tick this off. And then we move on to the next one. ਜਦੋਂ ਆਪਣੇ ਅੱਗੇ ਪੰਥ ਦੇ ਵਿੱਚ ਇਦਾਂ ਫੈਸਲੇ ਹੁੰਦੇ ਸੀ ਜਦੋਂ ਸਰਬਤ ਖਾਲਸਾ ਹੁੰਦੇ ਸੀ in the 18th century ਉਹਨਾਂ ਕੋਲ 10-15 ਮਤੇ ਨਹੀਂ ਹੁੰਦੇ ਸੀਗੇ ਉਹਨਾਂ ਦੇ ਕੋਲ ਇੱਕ ਜਾਂ ਦੋ ਮਤੇ ਹੁੰਦੇ ਸੀ ਤੇ ਪੰਥ ਨੇ ਇਕੱਠੇ ਹੋ ਕੇ ਉਹਨਾਂ ਨੂੰ ਸੌਟ ਆਊਟ ਕੀਤਾ ਸੀਗਾ and then they moved on to the next one. So we have to rediscover that thing. So the biggest issue we have at the moment is a complete lack of communication and a lack of a Sanja agenda. Yeah. Sanu, okay, we will only get that Sanja agenda okay, let me put that to create one. I'll put that up on lines ਵੀ ਖੋਲਤੀਆਂ. We're going to finish it in about 20 minutes. ਜੇ ਤੁਸੀਂ ਵੀ ਇਸ ਡਿਸਕਸ਼ਨ ਦੇ ਵਿੱਚ ਕੋਈ ਪੋਜ਼ਿਟਿਵ ਸੁਜੈਸ਼ਨ ਦੇਣਾ ਤਾਂ ਆ ਸਕਦੇ ਹੋ. ਕੁਲਦੀਪ, we're in this kind of a paradox. If we impose an overarching structure, ਜਿੱਦਾਂ one ਮਰਿਆਦਾ, ਜਥੇਦਾਰ, one authority, maybe the World Sikh Parliament or Shromani Committee or whatever, then inevitably we then start to interfere with the diversity of the panth. Like Hajur Sahib ਉਹਨਾਂ ਦੀ ਆਪਣੀ ਮਰਿਆਦਾ, ਨਿਹੰਗਾਂ ਦੀ ਆਪਣੀ ਆ. And if we don't have the overarching structure, we'll go our own way. Is there a balance, some kind of middle line here? Middle ground. So you know, my belief, and you know, a lot of the kind of Sikhs that you know I've been around whilst we've been growing up is that you know, Akal Takht Sahib is what we should look towards. And we should show respect. So did any controversy? Let's give nobody gives a damn about. But we should because ਉਹ ਜਿਹੜੇ ਨਾ ਤਖਤ ਸਾਹਿਬ ਆ ਉਹ ਕਿਸੇ ਬੰਦੇ ਨੇ ਨਹੀਂ ਸੀਗੇ ਸਥਾਪਿਤ ਕੀਤੇ, ਉਹ ਗੁਰੂ ਸਾਹਿਬਾਂ ਨੇ ਆਪ ਸਥਾਪਿਤ ਕੀਤੇ ਸੀ. So it's not just a building. So ਜਿੱਦਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ, you know, we seem to easily have respect for that ਗੁਰਦੁਆਰਾ ਸਾਹਿਬ, ਹਨਾ. But in the same way, ਜਿਹੜੇ ਅਕਾਲ ਤਖਤ ਸਾਹਿਬ ਵੀ ਆ ਉਹ ਵੀ ਮਹਾਰਾਜ ਨੇ ਸੈਟਅਪ ਕੀਤਾ ਸੀਗਾ. So we should have respect. So whatever the controversy we have, ਹੁਣ ਜਿੱਦਾਂ ਪਰਿਵਾਰ ਹੁੰਦਾ ਆਪਣੀ ਆਪਸ ਵਿੱਚ ਸੋਚ ਦੀ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਸੀਗੀ, ਸੋਚ ਡਿਫਰੈਂਟ ਹੁੰਦੀ ਆ, ਆਪਣੀ ਨਹੀਂ ਬਣਦੀ, ਪਰ end of the day we still have to show respect to where we came from. But then you just earlier on said that, you know, Maryada apni. No, so this is what you said about diversity. So we have this kind of supreme kind of we should have this direction where things are coming from. But ਜਿਹੜੇ ਮਾੜੀ ਮੋਟੀ deviation ਤਾਂ ਹੈਗੀ ਆ. So ਜਿੱਦਾਂ ਮੈਂ ਕਿਹਾ ਸੀ ਸੰਤਾਂ ਦੇ ਟਾਈਮ ਜਦੋਂ ਸਿੰਘ ਇਕੱਠੇ ਸੀਗੇ ਸੇਵਾ ਕਰ ਰਹੇ ਸੀਗੇ, ਜਾਂ ਜਦੋਂ ਈਵਨ ਜੰਗ 'ਚ ਵੀ ਸੀਗੇ, ਉਹਨਾਂ ਨੇ ਇੱਕ ਦੂਜੇ ਦੀ ਰਿਸਪੈਕਟ ਕੀਤੀ ਬਈ ਇਹ ਫਲਾਨੀ ਜਥੇਬੰਦੀ ਦੇ ਫਲਾਨੀ ਜਥੇਬੰਦੀ ਦੇ ਇਹਨਾਂ ਦੀ ਆਏ ਮਰਿਆਦਾ ਉਹਨਾਂ ਨੇ ਉੱਥੇ ਜੀ ਆਰਗੂਮੈਂਟ ਕਰਕੇ ਬਹਿ ਜਾਂਦੇ ਹਾਊ ਕੁਡ ਦੇ ਫਾਈਟ. ਹੁਣ ਅਮਰੀਕ ਸਿੰਘ ਜਿੱਦਾਂ ਹੁਣ ਪਿੱਛੇ ਬਾਬਾ ਬਲਵੀਰ ਸਿੰਘ ਆਏ ਸੀਗੇ ਜਿਹੜੇ ਬੁੱਢਾ ਦਲ ਦੇ, ਤਾਂ ਇੱਥੇ ਮੇਰਾ ਖਿਆਲ ਵੈਸਟ ਬ੍ਰਹਮਸ਼ੀਰ ਦਾ ਪ੍ਰੋਗਰਾਮ ਮੈਂ ਸੁਣੀ ਦੀ ਉਹਨਾਂ ਸਪੀਚ, ਉਹਨਾਂ ਨੇ ਬਹੁਤ ਸੋਹਣੀ ਸਪੀਚ ਕੀਤੀ, ਏਕਤਾ ਦੀ ਗੱਲ ਕੀਤੀ ਸੀਗੀ. ਪਰ ਉਹਨਾਂ ਨੇ ਇਹ ਕਿਹਾ ਸੀ, ਕਹਿੰਦਾ ਵੀ he was acknowledging ਵੀ ਨਿਹੰਗਾਂ ਦੇ ਵਿੱਚ ਵੀ ਜਦੋਂ ਹੁਣ ਕੋਈ ਭੰਗ ਛਕਦਾ ਹੈ, ਕੋਈ ਕੁਛ, ਇੱਥੇ ਸਾਊਥ ਹਾਲ 'ਚ ਵੀ ਕੇਸ ਹੋਇਆ ਸੀਗਾ, ਉਹਨਾਂ ਕਿਹਾ ਵੀ ਇਹ ਬੰਦ ਕਰੋ ਕੰਮ, ਆਪਾਂ ਇਹ ਕੰਮ ਨਹੀਂ ਕਰਨਾ. ਸੋਹਣੀ ਗੱਲ ਕਹੀ ਸੀਗੀ. ਪਰ then there are some people who still believe in that. ਤੇ ਹੋਰ ਵੀ ਗੱਲਾਂ ਆਈਆਂ ਸੀਗੀਆਂ ਝਟਕੇ ਦੀਆਂ. So actually the problem is that different groups have their own interpretation of Sikhi. How can you enforce one interpretation? How do you... ਜਿਹੜੀ ਇੰਟਰਪ੍ਰੀਟੇਸ਼ਨ ਆਫ ਸਿੱਖੀ ਜਿਹੜੀ ਹੈਗੀ, ਜਿੱਦਾਂ ਹੁਣ ਵੀਰ ਕਹਿੰਦੇ ਆ ਨਾ, ਇਟਸ we have to be flexible. And that doesn't mean that we don't follow our Maryada.
we have to follow ਰਹਿਤ ਮਰਿਆਦਾ because ਜੇ ਅਸੀਂ ਜਿਹੜੀ ਚੀਜ਼ ਸਾਨੂੰ ਮਹਾਰਾਜ ਨੇ ਦਿੱਤੀ ਆ ਨਾ, ਜੇ ਉਹਦੇ ਵਿੱਚੋਂ ਅਸੀਂ ਹੌਲੀ ਹੌਲੀ ਅੰਗ ਕੱਟੀ ਗਏ ਉਹਦਾ ਫਿਰ ਪਾਣੀ ਬਣ ਜਾਣਾ, ਉਹਦਾ ਫਿਰ ਪਾਣੀ ਬਣ ਜਾਣਾ। ਜਿਹੜੀ ਗੱਲ ਮੈਂ ਮੁੜ ਕੇ ਤੈਨੂੰ ਉੱਥੇ ਗੱਲ ਕਰਦਾ, ਜਿਹੜੀ ਗੱਲ ਮੈਂ ਮੁੜ ਕਹਿੰਦਾ ਵੀ ਅਨਫੋਰਚੂਨੇਟਲੀ ਜਿਹੜੀ ਇੰਟਰਫੇਰੈਂਸ ਸਿੱਖ ਪੰਥ ਦੇ ਵਿੱਚ ਹੋ ਰਿਹਾ ਆ, ਹਜੇ ਵੀ ਹੋ ਰਿਹਾ ਆ। ਐਂਡ I have full respect, I think ਜਿਹੜੇ ਵੀ ਕੋਈ ਵੀ ਸਿੱਖ ਹੈਗੇ ਆ ਹਨਾ, they have full respect of all our Akal Takhts, and ਜਥੇਬੰਦੀਆਂ, but the issue is that they've been diluted, and they've been diluted for quite a while, and it's just the process accelerate ਹੋਈ you। ਜਿਹੜੇ ਤੁਸੀਂ ਇੱਥੇ ਗੱਲ, ਮੈਂ ਇਹ ਨਹੀਂ ਡਿਸਰੈਸਪੈਕਟ ਨਹੀਂ ਫੁੱਲ ਕਰਦਾ ਵੀ ਆਪਣੇ ਗੁਰੂ ਘਰ ਕੁਛ ਨਹੀਂ ਕਰਦੇ ਹੈਗੇ, ਜਿਹੜੀ ਆਪਣੀ ਜਿਹੜੀ ਗੱਲ ਮੈਂ ਇਹ ਗੱਲ ਕਰਦਾ, ਮੈਂ ਇਹ ਗੱਲ ਕਹਿੰਦਾ ਆ ਅਨਫੋਰਚੂਨੇਟਲੀ the majority of ਗੁਰਦੁਆਰੇ that's what they do। ਜਿਹੜੀ ਗੱਲ ਹੈਗੀ ਆ, ਇਸ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ ਉਹਨਾਂ ਦੀ ਗੁਰੂ ਘਰਾਂ ਦੀ ਨਾਲ ਉਹਨਾਂ ਨਾਲ ਬੈਠ ਕੇ ਉਹਨਾਂ ਨਾਲ ਗੱਲ ਕਰਕੇ to encourage them to move away from those particular structures, so they do have 600-700 children coming in, so they do have self-defense classes, but it's more than that. We need to encourage our children to participate in the society that they live in, because ਸਾਨੂੰ ਮਹਾਰਾਜ ਨੇ ਵੀ ਇਹ ਕਿਹਾ ਸੀਗਾ, ਇਹ ਸਾਨੂੰ ਮਹੰਤ ਨਹੀਂ ਬਣਾਇਆ ਸੀਗਾ ਵੀ ਪਹਾੜੀ 'ਚ ਆ ਕੇ ਬੈਠੋ ਜਾਂ ਭੋਰੇ ਵਿੱਚ ਆ ਕੇ ਬੈਠੋ, ਹੁਣ ਇਹ ਬਣਾਇਆ ਸੀ ਵੀ ਸੁਸਾਇਟੀ ਵਿੱਚ ਤੁਸੀਂ ਰਹੋ, ਜਿਨਾ ਵੀ ਸੁਸਾਇਟੀ ਵਿੱਚ ਆ ਤਾਂ ਸਿੱਖੀ ਦਾ ਪ੍ਰਚਾਰ ਵੀ ਕਰਨਾ ਹੈ। ਸੋ ਜਿਹੜੀ ਡਾਇਲੂਸ਼ਨ ਦੀ ਗੱਲ ਤੁਸੀਂ ਕੀਤੀ ਨਾ, ਤੁਸੀਂ ਕਹਿੰਦੇ ਸੀ ਨਾ ਜਦੋਂ ਪੰਜਾਬ 'ਚ ਪਹਿਲਾਂ ਈਸਟ ਇੰਡੀਆ ਕੰਪਨੀ ਗਈ ਸੀ, ਉਹਨਾਂ ਨੇ ਬੁੱਕਾਂ ਸਾੜੀਆਂ, ਇਹਨਾਂ ਨੇ ਅਮਰੀਕਾ ਵੀ ਕਹਿੰਦੇ ਸ਼ਾਇਦ ਇਹੀ ਕੀਤਾ ਸੀ, ਜਿਹੜੇ ਅਮਰੀਕਨ ਇੰਡੀਅਨ ਸੀਗੇ ਉਹਨਾਂ ਨੂੰ ਕਹਿੰਦੇ ਡਰੱਗਸ ਸ਼ਰਾਬਾਂ ਤੇ ਲਾਇਆ, ਬੁੱਕਾਂ ਸਾੜੀਆਂ, ਉਹਨਾਂ ਨੂੰ ਸਾੜਿਆ। ਸਾਡੇ ਨਾਲ ਵੀ ਕੁਛ ਇੱਦਾਂ ਕਿ ਜਿਹਦਾ ਹੀ ਹੋਇਆ, ਤੇ ਸਾਡੇ ਵੀ ਜਿਹੜੀ ਬਾਣੀ ਸੀਗੀ ਜਿਹੜੀ ਆਪਣੀ ਤੁਰੀ ਆਉਂਦੀ, ਇਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ, ਇਹਨਾਂ ਨੇ ਕਿਹਾ ਬਾਣੀ ਤੋਂ ਇਹਨਾਂ ਨੂੰ ਸ਼ਕਤੀ ਮਿਲਦੀ ਹੈ, ਇਹਨਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ, ਅਕਾਲ ਤਖਤ ਸਾਹਿਬ ਤੋਂ, ਇਹਨਾਂ ਨੂੰ ਡੈਮੇਜ ਕਦੋਂ, ਜਿੱਥੇ ਵੀ ਆਪਣੇ ਅਟੈਕ ਹੋਏ ਆ ਹਿਸਟੋਰੀਕਲੀ, ਜੇ ਤੁਸੀਂ ਦੇਖੋ ਇਹਨਾਂ ਨੇ ਉੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਿਉਂ ਅਟੈਕ ਕੀਤਾ, ਜਿਹੜੇ ਬਾਣੀ ਤੇ ਵੀ ਕੁਐਸਚਨਿੰਗ ਕਰਨੀ, ਉਹ ਕੰਟਰੋਵਰਸੀ ਇਹਨਾਂ ਦੇ ਹੀ ਕੁਛ ਆਪਣੇ ਵਿੱਚ ਪਾਇਆ ਹੋਇਆ, ਬਈ ਇਹਨਾਂ ਨੂੰ ਇਹ ਚਿੰਜਣੀ ਜੀ ਛੇੜ ਕੇ ਇਹਨਾਂ ਨੂੰ ਛੱਡ ਦਿਓ, ਫਿਰ ਆਪੇ ਹੀ ਲੜੀ ਜਾਓਗੇ, ਇਹ ਵੀ ਚੀਜ਼ਾਂ ਹੋ ਸਕਦੀਆਂ। ਪਰ ਇਹਨਾਂ ਆਪਾਂ ਨੂੰ ਰੈਕਗਨਾਈਜ਼ ਕਰਨ ਦੀ ਲੋੜ ਆ ਕਿ ਜਿਹੜੀ ਬਾਣੀ ਤੇ ਵੀ ਕਿੰਤੂ ਪਰੰਤੂ ਕਰਨਾ, ਮਰਿਆਦਾ ਤੇ ਵੀ ਆ ਵੀ ਜਿਹੜੀ ਚੀਜ਼ ਆ ਮੀਟ ਬਾਰੇ ਵਗੈਰਾ ਹੀ ਆ, ਇਹਨਾਂ ਚੀਜ਼ਾਂ ਬਾਰੇ ਆਪਾਂ rather than addressing the real issue and moving forward panthically। ਕਈ ਹੈਗੇ ਇੱਦਾਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਦੀ ਗੁਰਬਾਣੀ ਲੈ ਕੇ ਮਰੋੜ ਤਰੋੜ ਕੇ ਉਹ ਆਪਣੇ ਜਿੱਦਾਂ ਉਹ ਚਾਹੁੰਦੇ ਆ ਪ੍ਰਚਾਰ ਕਰਨਾ, ਏਦਾਂ ਵੀ ਕਰਦੇ ਕਈ। ਜਿਹੜੀ ਸੱਚੀ ਗੱਲ ਹੈਗੀ ਆ, ਜਿਹੜੇ ਬਾਬੇ ਆਪਾਂ ਗੱਲ ਕਰਦੇ ਆ, ਇਹ ਵੀ ਗੋਰਿਆਂ ਨੇ ਸੈਟਅਪ ਕੀਤੇ ਸੀਗੇ, ਸਾਰੇ ਨਹੀਂ ਮੈਂ ਕਹਿੰਦਾ, ਬਾਬੇ ਜਿਹੜੇ ਆ, ਬਾਬੇ ਵੀ ਕਈ ਨਹੀਂ ਸੈਟਅਪ ਕੀਤੇ ਸੀਗੇ, ਬਾਬਾ ਖੜਕ ਸਿੰਘ ਵਰਗਿਆਂ ਨੇ। ਮੈਂ ਗੱਲ ਕਰਦਾ ਜਿਹੜੇ ਇਹਨਾਂ ਨੇ ਕੰਟਰੋਲ ਕੀਤੇ, ਲਾਈਕ ਵੀ ਕੁਡ ਟਾਕ ਅਬਾਊਟ ਜਿਹੜੀ ਹੈ ਨਾ ਹਿਸਟਰੀ ਸਾਡੀ ਹੈਗੀ ਬਹੁਤ ਰਿਚ ਹੈਗੀ ਆ, ਵੀ ਕੁਡ ਆਈ ਡੋਨਟ ਵਾਂਟ ਟੂ ਫੋਕਸ ਔਨ ਐਨੀ ਇੰਡੀਵਿਜੂਅਲ ਕਰਕੇ, ਉਹਨਾਂ ਵਿੱਚੋਂ ਹੀ ਜਿਹੜੇ ਹੈ ਨਾ ਸਾਰੇ ਜੁਝਾਰੂ ਸਿੱਖ ਸੀਗੇ, ਉਹਨਾਂ ਵਿੱਚੋਂ ਹੀ ਫਿਰ ਉਹਨਾਂ ਨੂੰ ਪੱਖ ਦੇ ਦੂਜੇ ਪਾਸੇ ਬਾਣੀ ਤੇ ਤੋੜ ਦਿੱਤਾ ਸੀਗੇ। I mean, we've got last 10, the way forward is the way forward is that when you're a pracharak, when I was looking at some of these Maryada, everything goes, people say a lot of these glaciers go back to Maryada. They go back to a lack of naam, a lack of understanding, and a lack of reading of Gurbani, because even if you put all the Maryada, there's only 3 or 4 different Maryadas of a few little groups, and even if you put them side by side, you will see that 90% of their Maryadas actually totally agree with each other. And it's that the Pracharaks emphasize the differences. And the problem is what we have is a battle of authenticity going on between the groups. ਕਿ ਕੌਣ ਕਹਿੰਦਾ ਕਿ ਮੇਰੀ ਲਾਈਨ ਵਿੱਚ ਸਹੀ ਆ, ਦੋ ਕਹਿੰਦਾ ਮੇਰੀ ਲਾਈਨ ਵਿੱਚ ਸਹੀ ਆ, ਕੋਈ ਕਹਿੰਦਾ ਮੇਰਾ ਮਹਾਪੁਰਸ਼ ਸਹੀ ਆ, ਕੋਈ ਕਹਿੰਦਾ ਮੇਰਾ ਮਿਸ਼ਨਰੀ ਆ ਪ੍ਰਚਾਰਕ ਸਹੀ ਆ। ਐਂਡ ਸੋ ਯੂ ਹੈਵ ਅ ਬੈਟਲ ਆਫ ਆਥੈਂਟਿਸਿਟੀ, ਐਂਡ ਵੇਅਰ ਵੀ ਮਿਸਟੇਕ ਹੈ, ਅਸੀਂ ਸੋਚਦੇ ਹਾਂ ਕਿ ਆਹ ਚੀਜ਼ਾਂ, what we don't realize is the whole of the Guru Granth Sahib is Maryada. Every shabad of the Guru Granth Sahib is Maryada. And then if we're looking at authenticity, there is levels of authenticity. The first level is Sahib Sri Guru Granth Sahib Ji. Then below that, we have the other levels, which is by Gurdas Ji Avara,
by Nandalal Ji's writings. We have Dasam Granth, etc. And then below that we have Janam Sakhiya, we have Retname, etc. And then below that we have historical texts, which have our history, whether it's Panth Prakash, Suraj Prakash, etc. So, but what happens is some people take the lower level sources and make them barabar to the top level. And the ultimate thing is, nothing is barabar to Sahib Sri Guru Granth Sahib Ji. And when we look at every shabd in the Guru Granth Sahib Ji is Ret Maryada, because it talks about our behavior, our relationship between Paramatma and Atma, and therefore that should be the mool source. That is the source of authenticity. And ਜਿਹੜੇ ਆਪਣੇ ਗਰੁੱਪਾਂ ਦੇ ਵਿੱਚ ਕਲੋਨ ਕਲਚਰ ਆ, ਮੈਂ ਇਹਨੂੰ ਸਾਦਾ ਕਿ ਸਾਰਿਆਂ ਦੇ ਕਲੋਨ ਬਣਾਈ ਜਾਂਦੇ ਆ ਕਿ ਸਾਡਾ ਏਦਾਂ ਸਾਰਿਆਂ ਨੇ ਕੱਪੜੇ ਪਾਉਣੇ ਆ, ਏਦਾਂ ਸਾਰਿਆਂ ਨੇ ਸੋਚਣਾ ਆ, ਏਦਾਂ ਸਾਰਿਆਂ ਨੇ ਤੋੜਨਾ ਆ, ਏਦਾਂ ਸਾਰਿਆਂ ਨੇ ਮੱਥਾ ਵੀ ਟੇਕਣਾ ਆ, ਏਦਾਂ ਸਾਰਿਆਂ that is not normal. That is clone culture. That is wrong. Everyone is an individual. Throughout our history, Guru Sahib ਦੇ ਟਾਈਮਾਂ ਦੇ ਵਿੱਚ ਉਹ ਸਾਰੇ ਕਮਾਲ ਦੇ ਸਿੱਖ ਸੀਗੇ, but they were different because a garden is full of flowers. And so we've got to realize that we need to get away from clone culture, and we need to get away from shararti pracharaks, and we need to stop glamorizing them, and instead start thinking of a collective responsibility ke sade panth de vich, how are we going to take the future forward. But wo ta hi hona if we have a common agenda. Sada, if it was me, I was allowed to have a voice on this level, I would say the biggest issue in our panth today is that more youth go to nightclubs than go to the Gurdwara. And I would then present that and say, what is our common agenda to deal with that? One sadu 6 mahine 2 saal la dene and then we move on to the next thing. Jeri maryada di gall hai, we as a community, let me just finish this point. How can we get Maybe people next out? time. But we are now running out of time, and I don't want to open up मैं और नहीं खोलना चाहता क्योंकि सारा समा 10 मिनट रह गया. But कुलदीप एक मैं जरूर शायद ਅਸੀਂ ਅੱਜ ਆਨਸਰ ਨਹੀਂ ਕਰ ਸਕਦੇ ਵੀ I want to put it on the table. Because I'm, working in universities and things, I meet a lot of highly educated people, students and academics. And, Sadi Creamia, this is where our cream is, and there's some beautiful Gusiks. I meet a lot of really Gusiks. But I also meet other people who say, because of the kind of scientific or the training that we've got, we can't believe in the kind of ways in which maybe traditional people believe in spirituality. A good example is to say, well, we don't believe in heaven and hell. That's nothing to do with Sikhi. So this creates doctrinal differences. And how do you can resolve that? Because, I mean, in a sense, if you think about your own parents or your own grandparents, they would have had a different view about these things than maybe you do, and maybe your children do. And that creates intergenerational conflict as well. How do you bridge these differences? So ਮੈਨੂੰ ਲੱਗਦਾ ਪਹਿਲਾਂ ਆਪਾਂ simple ਹੁੰਦੇ ਸੀ as people, whether it be Punjabi Sikh people or Indian people, as now with IT, everything, phones, you just can't get unjacked. It's literally like the Matrix. It literally is like that. We have been jacked in, and this is monitoring us all the time. We don't even realize sometimes. If you talk about something, it starts coming up. ਮੈਨੂੰ ਇਹ ਲੱਗਦਾ ਕਿ sometimes ਜਦੋਂ ਨਾ ਆਪਾਂ we overthink things, it just kind of go with the flow. ਜਦੋਂ ਆਪਾਂ ਜੇ actually believer ਬਣਾਂਗੇ, there's no reason why. My background's IT, right? I can be a good IT technician, ਕਹਿ ਲਓ, professional, as well as practicing my faith. I think ਮੈਂ ਦਾਵਾ ਕਰਦਾ ਕਿ Sikhi is the most scientific faith, because it talks about the planets, talks about the universes, it talks about equality for everyone, talks about humanity, it talks about Bibiyan, that why should they not have equality, and Guru Sahibs have shown us that they have given Bibiyan equality as well. So ਇਹ ਸਾਰੀ ਆਪਣੀ ਸੋਚ ਹੈ ਤੇ ਸੰਗਤ ਦਾ ਵੀ ਅਸਰ ਪੈਂਦਾ. ਜੇ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੀ ਨਹੀਂ, ਸਾਨੂੰ ਸਿੱਖਿਆ ਨਹੀਂ ਮਿਲਣੀ. ਹੁਣ ਤਾਂ ਬਹੁਤ ਈਜ਼ੀ ਆ, ਹੁਣ ਤਾਂ ਦੇਖੋ ਰੇਡੀਓ ਤੇ ਵੀ ਸਾਡੇ ਦੇਖੋ ਗੁਰਦੁਆਰਾ ਸਾਹਿਬ ਤੋਂ ਫੇਸਬੁੱਕ ਤੇ ਵੀ ਲਾਈਵ ਚੱਲਦਾ, YouTube ਤੇ ਵੀ ਰੇਡੀਓ ਵੀ ਚੱਲਦਾ, ਬਟ ਦਿਸ ਇਜ਼ ਜਸਟ ਵਨ ਵੇ. ਬਟ ਜਿੱਦਾਂ ਹੁਣ ਆਹ ਭਾਈ ਸਾਹਿਬ ਹੁਣੀ ਪ੍ਰਚਾਰ ਕਰਦੇ, ਇੱਦਾਂ ਵੀ ਇੰਗਲਿਸ਼ 'ਚ ਵੀ ਪ੍ਰਚਾਰ ਕਰਨਾ. ਹੁਣ ਜਿੱਦਾਂ ਰਾਤ ਵੀ ਸਾਡੇ ਗੁਰਦੁਆਰਾ ਸਾਹਿਬ ਰੈਂਸਵਾਈ ਕੀਰਤਨ ਦਰਬਾਰ ਸੀਗਾ, ਭਰਿਆ ਪਿਆ ਸੀ ਦਰਬਾਰ ਸਾਹਿਬ. ਸੋ ਆਈ ਥਿੰਕ ਯੂ've got to find different ways. I remember when I was a child, the things that used to put... Is there space to have these doctrinal debates? Is there a space in the Gurdwara to create, maybe not on the demand, because that's not the space, but
in classrooms to invite people. Basics. The organizations they have sessions where people can go there and they can air their views. They can talk about things. We do mental health, all this kind of stuff. So it ਜਿਹੜੀਆਂ ਆਪਣੀਆਂ ਪ੍ਰੋਬਲਮਾਂ ਨਾ ਅੱਜ ਕੱਲ੍ਹ ਜਿੰਨੀ ਬੈਂਡਵਿਡਥ ਵਧੀ ਪਈ ਹੈ, we need to address everything. It's not just a panth or faith on its own. It's everything. So our way of life, mental health is massive, physical well-being, all these things now has become a big thing. Safeguarding, all these things have become massive now. We talked about the people who have loads of problems and needs. What I'm talking about is people who are potentially the cream of the panth. Yeah. These people are, well educated. They are professionals. They can look after themselves, but maybe they don't feel that the Gurdwara, which is teaching them, is for them. Yeah. So can we create spaces for those people to have roundtable discussions? And we do it in the universities. Didn't Guru Nanak have those dialogues? I think that dialogue we are to some degree, some of it takes place. But because really, to some degree, I'm not saying it's at the level that you're perhaps envisaging. Yeah, ਜਿਹੜੀ ਗੱਲ ਹੈਗੀ ਆ ਵੀ we have to bring them in ਕਰਕੇ ਉਹ ਸਾਡੇ ਬੱਚੇ ਆ. We have to engage with them because ਜਿਹੜੇ ਉਹ ਬੱਚੇ ਆ ਉਹੀ ਬੈਰਿਸਟਰ ਪੜ੍ਹਨਾ, ਉਹੀ ਸਾਇੰਟਿਸਟ ਪੜ੍ਹਨਾ, ਉਹੀ ਕੰਪਨੀਆਂ ਵਿੱਚ ਕੰਮ ਕਰਨੇ, ਉਹੀ ਜਾ ਕੇ ਜਿਹੜਾ ਉਹ ਹੈ ਨਾ the way they carry themselves, ਉਹੀ ਸਾਡੇ ambassadors ਆ. Yeah, and it's important that we have spaces that ਉਹ ਸਾਡੇ ਨਾਲ ਆਣ ਕੇ engage ਕਰਨ, ਅਸੀਂ ਉਹਦਾ ਪ੍ਰਚਾਰ we lose them. ਉਹੀ ਤੇ ਗੱਲ ਕਰਕੇ ਜਿਹੜੀ ਗੱਲ ਆਪਾਂ ਪਹਿਲਾਂ ਗੱਲ ਕੀਤੀ ਸੀਗੀ, ਜਿਹੜੇ ਪਹਿਲਾਂ ਆਪਾਂ ਕਹਿੰਦੇ ਸੀ ਕਿ ਵੀ if we don't engage with ਉਹ ਕਿੱਥੇ ਜਾਂਦੇ ਆ. I can tell you already yoga is going towards new age spirituality and also. But what I'm saying is that sadly people that to go elsewhere, either they believe in no faith at all, or they turn to another religion, or they go elsewhere, simply because they don't know what their own faith is, what we're offering. They don't even know what their family's offering. Jagjit, just last comment from you. We've only got a couple of minutes, but just on this point, that how can we cater for the maybe what you might call the educated professionals who have a mind of their own? How do we bring them into our spaces? When we do a prachar like the Sikh parenting course, half the Sangat, almost 10,000 Sangat have done that. 50% of the Sangat are non-Gurdwara going young professionals that don't come. So it's the key thing is if you give them vichar of a certain quality, they are very interested. ਇਹ ਬਿਲਕੁਲ ਗਲਤ ਗੱਲ ਆ ਕਿ ਸਾਡੇ ਕੋਲ ਲੋਕ ਦੇ ਵਿੱਚ ਇੰਟਰਸਟ ਨਹੀਂ ਹੈਗਾ. It's the key thing is we need to be get better at presenting what we need to present, है ना? But ultimately, this comes back to the issues that I said. As a panth in just say UK Sangat, we need to go back to having quarterly meetings of all our. The only time I can remember in the last 30-40 years of this happening was in the first 5 years of the Sikh Council UK. Jado sare ikkathe sige, maybe first 5 to 7 years. Jado oh killer gi, all of that killer gaya siga. And then the other thing is we need to look at training UK-based pracharak. We should stop outsourcing. Because ਗੱਲ ਇਹ ਆ ਨਾ majority of ਜਿਹੜੀ ਸਾਡੀ ਸੰਗਤ ਆ ਉਹ ਸਾਰੇ ਗੁਰਦੁਆਰੇ ਕਹਿੰਦੇ ਸਾਡੀ ਸੰਗਤ ਘਟ ਗਈ ਆ. Actually ਸੰਗਤ ਨਹੀਂ ਘਟ ਗਈ, ਜਿਹੜਾ demographics of ਜਿਹੜੀ ਸੰਗਤ ਆ ਜਿਹਨਾਂ ਦੀ ਏਜ ਆ ਜਿਹੜੀ ਵਧੀ ਜਾਂਦੀ ਆ ਉਹ ਯੰਗ ਲੋਕਾਂ ਨਾਲ ਰਿਪਲੇਸ ਨਹੀਂ ਹੋਈ. So ਸੰਗਤ ਤਾਂ ਫੇਰ ਵੀ ਨਗਰ ਕੀਰਤਨ ਤੇ ਉਨੀ ਆ. But the reality is the Gurdwaras are not attracting the younger ones because they're not doing enough dual language prachar. And that is because we haven't got enough UK-based prachar. I think that's a fact. Jagjit, we are now out of time, but I think he's made a brilliant point. And Bob, the example, Jagraj Singh, he had literally millions of people following him, And there are other examples as well out there. So that is really about how we shouldn't be afraid to modernize the way we do things. I mean, we all have these modern iPhones. And I know that if you go to like Smedhi Gurdwara now, they've got all kinds of modern technology. So we need not to be afraid of modernizing. What I would say is that we didn't have any of this. ਅਸੀਂ ਜਾ ਕੇ ਨਾ ਸਾਡੇ ਪਿੱਛੇ ਕੋਈ ਗੁਰੂ ਘਰ ਸੀਗਾ. We went to the universities,
ਅਸੀਂ ਉਹਨਾਂ ਨਾਲ ਇੰਗੇਜ ਕੀਤਾ ਤਾਂ ਜਿਹੜੀ ਤੁਸੀਂ ਗੱਲ ਕਰਦੇ ਜਿਹੜੇ ਹੈ ਨਾ ਇੰਗਲਿਸ਼ ਟੂ ਇੰਗੇਜ ਵਿਦ them ਇੰਗਲਿਸ਼ ਉਹਨਾਂ ਦੀ ਬੋਲੀ ਚ ਬੋਲੇ ਜਾਂ ਜਿੱਦਾਂ ਵੀ ਕਰਕੇ ਆਪਣੇ ਉੱਥੇ ਆਪਣੇ ਇੰਗਲਿਸ਼ ਵੀ ਸੀਗਾ ਜਾਂ ਕਰਦੇ ਹੁੰਦੇ ਬਟ ਅਸੀਂ ਸਕੂਲ ਦੇ ਵਿੱਚ ਬਟ ਅਸੀਂ ਆਊਟ ਆਫ ਵੀ ਥੋਟ ਆਊਟਸਾਈਡ ਆਫ ਦ ਬਾਕਸ ਅਸੀਂ ਉਹ ਜਿਹੜੇ ਆਪਣੇ ਗੋਰੇ ਜਿਹੜੇ ਸੈਕਸ ਸੀਗੇ ਅਮਰੀਕਾ ਤੇ ਉਹਨਾਂ ਨੂੰ ਵੀ ਇੱਥੇ ਮੰਗਾ ਕੇ ਸਕੂਲਾਂ ਵਿੱਚ ਵੀ ਉਹਨਾਂ ਨੂੰ ਲੈ ਕੇ ਗਏ ਸੀਗੇ so that people saw the difference and sometimes people didn't understand ਵੀ ਸਿੱਕੀ ਕੀ ਚੀਜ਼ ਆ and so that's we brought them in. So they say final points. Last word to you. Yeah. Before we finish. So yeah, just so the things we've discussed are important. So engagement for youth, we need to look at how to bring them in. What I was about to say just quickly was I remember when I was a child, kheer, deg, squash, the simplest things, yeah. And now, not to the age of 50. no, but the point is, कोई भी चीज पिछे किसी ਨੂੰ ਕੀਰਤਨ ਲਿਆਉਂਦਾ ਕਿਸੇ ਨੂੰ ਕਥਾ ਲਿਆਉਂਦੇ ਕਿਸੇ ਨੂੰ self defense class yeah ਕਿਸੇ ਨੂੰ you know the basics class or whichever organization is doing so ਹਾਂਜੀ ਉਹ ਜਣੀ ਨਾਲ ਲਿਆ ਕੇ ਆਪਾਂ ਨਾਲ ਜੋੜੀਏ ਤੋੜੀਏ ਨਾ ਬਿਲਕੁਲ ਜੀ ਸਾਡਾ ਹੁਣ ਸਮਾਂ ਹੈ ਨਹੀਂ ਮੰਜ I don't know if you've got any last concluding thoughts. I just want to say thank you to our guest. ਜਿਹੜਾ ਇਹਨਾਂ ਦੇ ਵਿਚਾਰ ਆਪਣੇ ਦਿੱਤੇ ਬਹੁਤ ਚੰਗੇ ਦਿੱਤੇ ਮੈਂ ਕਹਿੰਦੀ ਹਾਂ ਸੰਗਤਾਂ ਨੇ ਵੀ ਕੁਛ ਇਹ ਤੋਂ ਸੇਧ ਲਈ ਹੋਣੀ ਆ ਬਿਲਕੁਲ ਦੇਖੋ ਲੈਣ ਦੀ ਵੀ ਬਹੁਤ ਜ਼ਰੂਰਤ ਹੈ ਸਾਨੂੰ ਇਸ ਵੇਲੇ ਦੇਖੋ ਜੀ ਗੱਲ ਪਤਾ ਕੀ ਆ ਹੁਣ ਅਸੀਂ ਤਿੰਨ ਚਾਰ ਭਰਾ ਤੇ ਸਿੰਘਣੀ ਵੀ ਨਾਲੇ ਹੀ ਆ ਸਾਡੇ ਈਵਨ ਸਾਡੇ ਵੀ ਵਿਊਜ਼ ਦੇ ਵਿੱਚ ਫਰਕ ਹੈ ਵੀ ਗॉट ਡਿਫਰੈਂਸਿਸ ਇਹ ਥੋੜੇ ਹੁੰਦੇ ਸਾਡੇ ਦੁਸ਼ਮਣ ਸੀ ਦੁਸ਼ਮਣ ਇੱਕ ਦੂਜੇ ਦੇ ਅਸੀਂ ਲੜਦੇ ਨਹੀਂ ਹੈਗੇ ਇਨ ਫੈਕਟ ਯੂ ਨੋ sit down and talk actually life would be boring if we all agreed on the same thing that would be really boring it's impossible so we have to find a way to create a balance ਇਹ ਸਾਡੇ ਵਾਸਤੇ ਸ਼ਾਇਦ ਅਸੀਂ ਹੁਣ ਬੇਸੁਰੇ ਹੋ ਗਏ ਆ ਕਹਿੰਦੇ ਨਾ ਜਦੋਂ ਕੋਈ ਕੀਰਤਨ ਹੋਵੇ ਜਦੋਂ ਉਹਦੇ ਵਿੱਚ ਸਾਜ਼ ਡਿਫਰੈਂਟ ਹੋਣ ਹੁਣ ਉਹਦੀ ਦੇ ਬਾਜੇ ਦੀ ਆਵਾਜ਼ ਕੋਈ ਹੋ ਰਿਹਾ ਦਿਲਰੂਪਾ ਦੀ ਹੋ ਰਿਹਾ ਤਬਲੇ ਦੀ ਹੋ ਰਿਹਾ ਪਰ ਜਦੋਂ ਹਨਾ ਉਹਨਾਂ ਦੀ ਸੌਰੇ ਖੋਜ ਹੋਏ ਉਹ ਬਹੁਤ ਸੋਹਣਾ ਇੱਕ ਸਿੰਫਨੀ ਬਣ ਜਾਂਦੀ ਆ ਸੋ ਆਪਾਂ ਵੀ ਕੋਸ਼ਿਸ਼ ਕਰੀਏ ਵੀ ਇੱਕ ਦੂਜੇ ਨੂੰ ਆਪਣੇ ਵਰਗਾ ਨਹੀਂ ਬਣਾਉਣਾ ਅਸੀਂ ਤਾਂ ਗੁਰਮਤ ਵੱਲ ਜਾਣਾ ਤੇ ਹਰੇਕ ਦੀ ਆਪਣੀ ਜਰਨੀ ਹੈਗੀ ਆ ਦੂਜੀ ਗੱਲ ਇਹ ਅਸੀਂ ਸਬਰ ਕਰੀਏ ਲੈਟਸ ਫਾਈਂਡ ਦ ਐਬਿਲਿਟੀ ਟੂ ਲਿਸਨ ਐਂਡ ਟੂ ਅਗਰੀ ਟੂ ਡਿਸਐਗਰੀ ਕਿਉਂਕਿ ਜੇ ਅਸੀਂ ਡਾਇਲੋਗ ਬੰਦ ਕਰਤੀ ਨਾ ਫਿਰ ਤਾਂ ਅਸੀਂ ਪਹੁੰਚ ਹੀ ਨਹੀਂ ਸਕਦੇ ਮਨਜੀਤ ਮਿਸਲਾਂ ਦੀ ਗੱਲ ਕੀਤੀ ਸੀ ਤੁਹਾਨੂੰ ਪਤਾ ਮਿਸਲਾਂ ਉਸ ਵਿੱਚ ਲੜਦੇ ਵੀ ਸੀ ਮਾਰਦੇ ਵੀ ਸੀ ਇੱਕ ਦੂਜੇ ਨੂੰ ਪਰ ਉਦੋਂ ਇਕੱਠੇ ਹੁੰਦੇ ਸੀ ਜਦੋਂ ਕਾਮਨ ਐਨਮੀ ਹੁਣ ਅਸੀਂ ਭੁੱਲ ਗਏ ਆ ਵੀ ਸਾਡੀ ਜਿਹੜੀ ਕਾਮਨ ਐਨਮੀ ਕੀ ਹੈ ਸਾਡਾ ਤੇ ਉਹ ਆਪਾਂ ਫੇਰ ਕਦੇ ਗੱਲ ਕਰੂੰਗੇ ਵੀ ਭਾਰਤ ਦੇ ਵਿੱਚ ਜਿਹੜਾ ਉੱਥੇ ਇਹਨਾਂ ਦਾ ਪਲਾਨ ਹੈਗਾ ਉਹ ਹੈ ਭਾਰਤ ਨੂੰ ਇੱਕ ਕਲਚਰ ਬਣਾਉਣਾ ਇਹ ਆਪਾਂ ਫੇਰ ਵੀ ਕਦੇ ਗੱਲ ਕਰ ਸਕਦੇ ਆ ਤੇ ਜੇ ਇਦਾਂ ਪਛਾਣ ਲਓਗੇ ਤਾਂ ਸ਼ਾਇਦ ਅਸੀਂ ਇੱਕ ਦੂਜੇ ਦੇ ਨਾਲ ਜਿਹੜੀਆਂ ਅੱਜ ਕੱਲ ਲੜਾਈਆਂ ਕਰਦੇ ਤਾਂ ਬੰਦ ਕਰ ਦੂੰਗੇ ਪਰ ਇੱਕ ਲਾਸਟ ਪੁਆਇੰਟ ਮਨਜੀਤ ਜ਼ਰੂਰ ਕਹਿਣਾ ਸਾਡੀ ਕੌਮ ਅਸੀਂ ਕਹਿੰਦੇ ਆ ਫਕਰ ਨਾਲ ਵੀ ਪੜ੍ਹੀ ਲਿਖੀ ਕੌਮ ਪੜ੍ਹ ਗਏ ਸਾਡੇ ਬੱਚੇ ਪੜ੍ਹ ਗਏ ਅਸੀਂ ਪੜ੍ਹ ਗਏ ਆ ਪਰ ਜਿਹੜੇ ਨਾ ਪੜ੍ਹੇ ਲਿਖੇ ਹੁੰਦੇ ਆ ਉਹਨਾਂ ਨੂੰ ਤੁਸੀਂ ਇੰਸਟਰਕਟ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਇੰਟਾਈਸ ਕਰ ਸਕਦੇ ਆ ਸੋ ਇਹਦੇ ਲਈ ਸਾਨੂੰ ਪ੍ਰਚਾਰ ਦੇ ਵਿੱਚ ਵੀ ਡਿਵੈਲਪ ਕਰਨੀ ਪਊਗੀ ਆਪਾਂ ਨੂੰ ਸਪੇਸਿਸ ਕ੍ਰੀਏਟ ਕਰਨੀਆਂ ਪਊਗੀਆਂ ਜਿੱਥੇ ਦੇ ਫੀਲ ਵੈਲਕਮ ਇਨ ਦੈਟ ਸਪੇਸ ਐਂਡ ਤੁਸੀਂ ਯਕੀਨ ਕਰੋ ਜਦੋਂ ਉਹਨਾਂ ਨੂੰ ਸਿੱਖੀ ਦਾ ਪਿਆਰ ਪੈ ਗਿਆ ਉਹਨਾਂ ਨੇ ਸਿੱਖੀ ਨੂੰ ਅੱਗੇ ਲਿਜਾਣਾ ਤਾਂ ਹੋਰ ਕਿਸੇ ਨਾਲ ਲਿਜਾਣਾ ਨਹੀਂ ਹੈਗਾ ਸੋ there is a lost generation we have to admit it 13-14 ਸਾਲ ਦਾ ਬੱਚਾ ਕਹਿੰਦਾ they stop coming to the ਗੁਰਦੁਆਰਾ I'm sure you've noticed that yeah and that's because ਉਦੋਂ ਫਿਰ ਮਾਂ ਬਾਪ ਨੂੰ ਕਹਿੰਦੇ ਆ ਵੀ ਮੰਮੀ ਹੁਣ ਤੂੰ ਨਹੀਂ ਮੈਨੂੰ ਫੋਰਸ ਕਰ so lots of issues there ਆਪਾਂ ਫਿਰ ਵੀ ਲਿਆਉਂਗੇ so I think we've got to thank everybody once again and thanks to the viewers for sticking with us Sunday evening half 9 we promise we'll only go from now next time so ਬੋਲਦਿਆਂ ਤਾਂ ਪੁੱਲ ਚੁੱਕ ਮਾਫ ਕਰਦੇ ਆ PBC ਦਾ ਇੱਕ ਵਾਰ ਫੇਰ ਧੰਨਵਾਦ ਜਿਨ੍ਹਾਂ ਨੇ ਸਾਨੂੰ ਪਲੇਟਫਾਰਮ ਦਿੱਤਾ ਆ ਤਾਂ ਇਹ ਵੀ ਮੈਂ ਕਹਦਾ ਵੀ ਇਹਨਾਂ ਨੇ ਸਾਡੇ ਤੇ ਕੋਈ ਰੁਕਾਵਟ ਨਹੀਂ ਪਾਈ ਉਹ ਕਹਿੰਦੇ ਤੁਸੀਂ ਸਿੱਖੀ ਲਈ ਕੰਮ ਕਰਨਾ ਤੇ ਤੁਹਾਨੂੰ ਪੂਰਾ ਫ੍ਰੀडम ਆਫ ਸਪੀਚ ਹੈਗੀ ਆ so I hope you appreciate the kind of openness that we brought to this program ਫਿਰ ਵੀ ਜੇ ਮੇਰੇ ਤਿੰਨਾਂ ਵੀਰਾਂ ਦਾ ਬਹੁਤ ਧੰਨਵਾਦ ਜੀ ਦਰਸ਼ਕਾਂ ਦਾ ਧੰਨਵਾਦ ਫਤਿਹ ਬੁਲਾਓ